ਘੁੱਲੂਘਾਰਾ ਇਹ ਵਾਪਰਿਆ ਇਹ ਬਲੂ ਸਟਾਰ ਆਪਰੇਸ਼ਨ ਬਲੂ ਸਟਾਰ, ਤਾਂ ਉਹਦੇ ਜਿਹੜੇ ਤੱਥ ਜਿਹੜੇ ਜਨਤਕ ਕਰਨੇ ਹੁੰਦੇ ਨੇ, ਤੁਹਾਡੀ ਬੀਜੇਪੀ ਦੇ ਵਿੱਚ ਤੁਹਾਡੀ ਨੇੜਤਾ ਵੀ, ਤੁਹਾਡੀ ਗੱਠਜੋੜ ਬੀਜੇਪੀ ਦੇ ਨਾਲ, ਤੱਥ ਕਿਉਂ ਨਹੀਂ ਉਜਾਗਰ ਕੀਤੇ ਗਏ ਹੁਣ ਤੱਕ? ਜਿਹੜੀ ਵੀ ਕੋਈ ਸਰਕਾਰ ਹੈ, ਚਾਹੇ ਮੋਦੀ ਸਾਹਿਬ ਦੀ ਸਰਕਾਰ ਹੈ, ਉਹਨਾਂ ਨੂੰ ਜਿਹੜੇ ਡਾਕੂਮੈਂਟ ਹੈ ਜਨਤਕ ਕਰਨੇ ਚਾਹੀਦੇ ਹੈ, ਕਿਉਂਕਿ ਉਹਨਾਂ ਨੂੰ ਤਾਂ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ, ਕਿਉਂਕਿ ਉਹਦੇ ਵਾਸਤੇ ਦੋਸ਼ੀ ਜਿਹੜੀ ਹੈਗੀ ਸੀ ਉਹ ਕਾਂਗਰਸ ਪਾਰਟੀ ਸੀ ਔਰ ਖਾਸ ਕਰਕੇ ਇੰਦਰਾ ਗਾਂਧੀ ਸੀ। ਬੀਜੇਪੀ ਦੇ ਇੱਕ ਮੰਤਰੀ ਨੇ, ਮੇਰੇ ਲਈ ਸਵਾਲ ਹੈ, ਇੱਕ LK ਅਡਵਾਨੀ, ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਸੀ ਜੋ ਅਟੈਕ ਜਿਹੜਾ ਇੰਦਰਾ ਗਾਂਧੀ ਨੇ ਕਰਵਾਇਆ ਸੀ ਇਹ ਸਰਕਾਰ ਨੇ, ਉਸ ਸਮੇਂ ਦੀ ਹਕੂਮਤ ਨੇ, ਵੀ ਇਹ ਸਹੀ ਕੀਤਾ, ਉਹਨਾਂ ਨੇ ਕਿਤਾਬ ਦੇ ਵਿੱਚ ਲਿਖਿਆ। ਚਾਹੇ ਕੋਈ LK ਅਡਵਾਨੀ ਹੋਵੇ, ਜਿੰਨੇ ਵੀ ਸਿੱਖਾਂ ਦੇ ਵਿਰੁੱਧ ਗੱਲ ਕੀਤੀ ਹੈ, ਉਹਦੇ ਨਾਲ ਸਿੱਖਾਂ ਦੀ ਕੋਈ ਸਾਂਝ ਨਹੀਂ। ਤੇ ਮੈਨੂੰ ਕੋਈ ਪੁੱਛੇ ਕਿ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਕਿਹੜੀ ਹੈ, ਮੈਂ ਕਿਹਾ ਉਹ ਪਲ ਸੀ ਜਦੋਂ ਮੈਨੂੰ ਇੰਦਰਾ ਗਾਂਧੀ ਦੇ ਕਤਲ ਦਾ ਪਤਾ ਲੱਗਾ। ਸਾਰਿਆਂ ਨੂੰ ਜਿਹੜੇ ਸ਼ਰਧਾਲੂ ਸੀ ਜਾਂ ਸਾਡੇ ਵਰਗੇ ਸੀ, ਉਹਨਾਂ ਸਾਰਿਆਂ ਨੂੰ ਫੌਜੀ ਕੈਂਪਾਂ ਦੇ ਵਿੱਚ ਸੁੱਟ ਦਿੱਤਾ ਗਿਆ, ਪਰ ਫੌਜੀ ਕੈਂਪਾਂ ਦੇ ਅੰਦਰ ਹੀ ਸਾਡੀ ਸ਼ਨਾਖਤ ਕੀਤੀ ਗਈ। ਸਾਨੂੰ ਇੱਕ ਜਿਹੜੀ ਕਾਲੇ ਸ਼ੀਸ਼ੇ ਵਾਲੀ ਬਾਰੀ ਸੀ, ਉਹਦੇ ਅੱਗੇ ਖੜਾ ਕੀਤਾ ਜਾਂਦਾ ਸੀਗਾ। ਅੰਦਰੋਂ ਹੀ ਕੋਈ ਬੈਠਾ, ਕੌਣ ਬੈਠਾ ਸੀਗਾ ਕੌਣ ਨਹੀਂ ਬੈਠਾ ਸੀਗਾ, ਉਹੀ ਅੰਦਰ ਸ਼ਨਾਖਤ ਕਰਦਾ ਸੀਗਾ ਕਿ ਇਹ ਕੌਣ ਹੈ ਕੌਣ ਨਹੀਂ। ਉੱਥੋਂ ਫਿਰ ਜਿਹੜੀ ਸਾਡੀ ਜਿਹੜੀ ਆ ਸ਼ਨਾਖਤ ਕਰਕੇ ਸਾਨੂੰ ਜਿਹੜਾ ਸਾਰਿਆਂ ਤੋਂ ਵੱਖਰਿਆਂ ਕਰ ਲਿਆ ਗਿਆ। 17 ਜੂਨ 1984 ਨੂੰ ਹੀ ਸਾਨੂੰ ਬਿਨਾਂ ਦੱਸੇ ਤੋਂ ਵੀ ਕਿੱਥੇ ਲਿਜਾ ਰਹੇ ਨੇ, ਅਸੀਂ ਤਾਂ ਪਹਿਲਾਂ ਸੋਚਿਆ ਕਿ ਸਾਨੂੰ ਜਿਹੜਾ ਆ ਇਹ ਸਾਡਾ ਹੁਣ ਮੁਕਾਬਲਾ ਬਣਾਉਣਗੇ, ਜਦੋਂ ਸਾਨੂੰ ਫੌਜੀ ਕੈਂਪਾਂ ਚੋਂ ਕੱਢਿਆ ਗਿਆ। ਮੈਨੂੰ ਅੰਮ੍ਰਿਤਸਰ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ। ਜਦੋਂ ਅੰਮ੍ਰਿਤਸਰ ਜੇਲ੍ਹ ਵਿੱਚ ਤਬਦੀਲ ਕੀਤਾ ਗਿਆ ਤੇ ਮੇਰੇ ਉੱਤੇ ਪੰਜਾਬ ਸਰਕਾਰ ਨੇ ਰੋਕ ਲਾ ਦਿੱਤੀ ਕਿ ਇਹ ਬਹੁਤ ਖਤਰਨਾਕ ਹੈ, ਇਹਨੂੰ ਬਾਹਰ ਕਿਸੇ ਵੀ ਹਾਲਤ ਵਿੱਚ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਜਾ ਸਕਦਾ, ਇਹਦੇ ਭੱਜਣ ਦਾ ਡਰ ਆ। ਜਿੰਨੇ ਵੀ ਟੌਰਚਰ ਦੇ ਤਰੀਕੇ ਨੇ, ਤਸ਼ੱਦਦ ਦੇ ਤਰੀਕੇ ਨੇ, ਉਹ ਸਾਰੇ ਜਿਹੜੇ ਬੜੇ ਪ੍ਰਚਲਿਤ ਨੇ, ਖਾਸ ਕਰਕੇ ਜਿਹੜੇ ਜਿਹਨੂੰ ਕਹਿੰਦੇ ਚੱਡੇ ਪਾੜਨਾ, ਘੋਟਣਾ ਲਾਉਣਾ, ਪੁੱਠਾ ਲਟਕਾਉਣਾ, ਅਜਿਹੇ ਜਿਹੜੇ ਤਸ਼ੱਦਦ ਜਿਹੜੇ ਸੀਗੇ ਉਹ ਕੀਤੇ ਜਾਂਦੇ ਸੀ। ਤੇ 9 ਸਿੰਘਾਂ ਨੂੰ ਇਸ ਤਰੀਕੇ ਨਾਲ ਰੱਖਿਆ ਗਿਆ ਕਿ ਬੇੜੀਆਂ ਲਾ ਕੇ ਇਸ ਤਰੀਕੇ ਨਾਲ ਰੱਖਿਆ ਗਿਆ ਕਿ ਕਿਸੇ ਨੂੰ ਇਹ ਨਾ ਸ਼ੋ ਹੋਵੇ ਕਿ ਦੂਸਰਿਆਂ ਦੇ ਨਾਲ ਦਾ ਵੀ ਕੋਈ ਇੱਥੇ ਹੈਗਾ, ਔਰ ਜਿਹੜੇ ਉੱਥੋਂ ਦੇ ਅਧਿਕਾਰੀ ਸੀ ਉਹਨਾਂ ਨੇ ਕਹਿਣਾ ਤੁਸੀਂ ਇਕੱਲੇ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਦੀਪ ਸਿੰਘ ਭੋੜੇ। ਜੂਨ ਦਾ ਮਹੀਨਾ ਆਰੰਭ ਹੁੰਦੇ ਹੀ ਘੁੱਲੂਘਾਰੇ ਦੀ ਯਾਦ ਆ ਜਾਂਦੀ ਹੈ, ਜਿਸ ਨੂੰ ਸਾਕਾ ਨੀਲਾ ਤਾਰਾ ਵੀ ਕਿਹਾ ਜਾਂਦਾ ਹੈ। ਇਸ ਸਮੇਂ ਸਿੱਖ ਕੌਮ ਦੇ ਇੱਕ ਵੱਡਾ ਹਮਲਾ ਕੀਤਾ ਗਿਆ ਸੀ, ਜੋ ਕਿ ਸਦੀਆਂ ਤੱਕ ਜਿਹੜੀ ਸਿੱਖ ਕੌਮ ਇਸ ਜ਼ਖਮ ਨੂੰ ਨਹੀਂ ਭੁਲਾ ਸਕੇਗੀ। ਇਸ ਸਮੇਂ ਦੇ ਵਿੱਚ ਆਲ ਇੰਡੀਆ ਸਿੱਖ ਫੈਡਰੇਸ਼ਨ ਸਟੂਡੈਂਟ ਦੇ ਆਗੂ ਰਹੇ ਸੀ ਬਿਰਸਾ ਸਿੰਘ ਬਲਟੋਹਾ, ਜੋ ਅਕਾਲੀ ਦਲ ਦੇ ਸਾਬਕਾ ਵਿਧਾਇਕ ਵੀ ਨੇ। ਇਸ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ। ਬਿਰਸਾ ਜੀ, ਗਲੋਬਲ ਪੰਜਾਬ TV ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਕੁਲਦੀਪ ਜੀ, ਬਹੁਤ ਮਿਹਰਬਾਨੀ ਜੀ। ਮੇਰੇ ਵੱਲੋਂ ਤੁਹਾਨੂੰ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਬਿਰਸਾ ਜੀ, ਜਿਹੜਾ ਇਹ ਦੁਖਾਂਤ ਵਾਪਰਿਆ ਘੁੱਲੂਘਾਰਾ, ਜਿਹਨੂੰ ਬਲੂ ਸਟਾਰ ਵੀ ਕਿਹਾ ਜਾਂਦਾ ਹੈ, ਤੁਹਾਡੀ ਵੀ ਭੂਮਿਕਾ ਰਹੀ, ਤੁਸੀਂ ਉਸ ਸਮੇਂ ਕਿੱਥੇ ਸੀ? ਦੇਖੋ, ਜਿਹੜਾ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਹੈ ਜੀ, ਪਹਿਲੀ ਤਾਂ ਕਿ ਕਿਸੇ ਨੂੰ ਵੀ ਅਜਿਹੀ ਆਸ ਨਹੀਂ ਸੀ ਕਿ ਆਪਣੇ ਦੇਸ਼ ਦੀ ਫੌਜ ਜਿਹੜੀ ਹੈ ਉਹ ਟੈਂਕਾਂ ਤੇ ਤੋਪਾਂ ਦੇ ਨਾਲ ਦੁਨੀਆ ਦੇ ਸਭ ਤੋਂ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰੇਗੀ ਜੀ। ਔਰ ਕਿਉਂਕਿ ਹਾਲਾਤ ਇਸ ਤਰ੍ਹਾਂ ਦੇ ਬਣਾ ਦਿੱਤੇ ਸੀ ਉਸ ਸਮੇਂ ਦੀ ਇੰਦਰਾ ਗਾਂਧੀ ਸਰਕਾਰ ਨੇ, ਖਾਸ ਕਰਕੇ ਇੰਦਰਾ ਗਾਂਧੀ ਨੇ, ਔਰ ਉਹ ਚਾਹੁੰਦੀ ਵੀ ਇਹ ਸੀ ਕਿ ਇੱਕ ਮੈਂ ਸਿੱਖਾਂ ਦਾ ਸਮੁੱਚੇ ਭਾਰਤ ਦੇ ਅੰਦਰ ਹਊਆ ਖੜਾ ਕਰ ਦੇਵਾਂ, ਸਿੱਖਾਂ ਨੂੰ ਦੇਸ਼ ਵਿਰੋਧੀ ਤੇ ਅੱਤਵਾਦੀ ਦੇ ਵਜੋਂ ਪੇਸ਼ ਕਰਕੇ ਤੇ ਫਿਰ ਅਜਿਹੇ ਹਾਲਾਤ ਪੈਦਾ ਕਰਾਂ ਕਿ ਸਿੱਖਾਂ ਨੂੰ ਮਤਲਬ ਦਬਾਉਣ ਦੀ ਕੋਸ਼ਿਸ਼ ਕਰਾਂ, ਤੇ ਜਿਹਦੇ ਵਿੱਚੋਂ ਮੈਂ ਹਿੰਦੁਸਤਾਨ ਦੇ ਬਾਕੀ ਜਿਹੜੇ ਬਹੁ ਗਿਣਤੀ ਲੋਕ ਨੇ ਉਹਨਾਂ ਦੀ ਮੈਂ ਵਾਹੀ ਲੈ ਸਕਾਂ। ਉਹਨੇ ਜੋ ਕੁਛ ਵੀ ਸਾਰੀ ਪੰਜਾਬ ਦੇ ਅੰਦਰ ਗੇਮ ਖੇਡੀ, ਉਹ ਜਿਹੜੀ 1984 ਚ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਸੀ ਜੀ, ਲੈ ਕੇ ਹੀ ਇਹ ਜਿਹੜਾ ਸਿੱਖ ਪੱਤਾ ਉਹਨੇ ਖੇਡਿਆ।
ਸਿੱਖਾਂ ਦੇ ਉੱਤੇ ਜ਼ੁਲਮ ਸਿਤਮ ਢਾਹੇ ਔਰ ਪੂਰੇ ਭਾਰਤ ਦੇ ਵਿੱਚ ਅਜਿਹਾ ਉਹਨੇ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਕਿ ਜੇ ਸਿੱਖਾਂ ਨੂੰ ਨਾ ਦਬਾਇਆ ਜਾਂਦਾ ਤੇ ਭਾਰਤ ਨੂੰ ਜਾਂ ਭਾਰਤ ਦੀ ਬਹੁਗਿਣਤੀ ਨੂੰ ਬਹੁਤ ਵੱਡਾ ਸਿੱਖਾਂ ਤੋਂ ਖਤਰਾ ਸੀ, ਜਦ ਕਿ ਅਜਿਹਾ ਕੁਛ ਨਹੀਂ ਸੀ। ਹਾਲਾਤ ਅਜਿਹੇ ਬਣਾ ਦਿੱਤੇ ਗਏ ਔਰ ਦਰਬਾਰ ਸਾਹਿਬ ਦੇ ਆਲੇ ਦੁਆਲੇ ਪਹਿਲਾਂ ਤੋਂ ਹੀ CRPF ਵਗੈਰਾ ਜਿਹੜੀਆਂ ਪੈਰਾਮਿਲਟਰੀ ਫੋਰਸਸ ਨੇ ਉਹ ਤਾਇਨਾਤ ਸਨ। ਅਚਾਨਕ ਹੀ ਬਿਨਾਂ ਕਿਸੇ ਸੂਚਨਾ ਤੋਂ, ਬਿਨਾਂ ਕਿਸੇ ਕਾਰਨ ਤੋਂ 1 ਜੂਨ ਨੂੰ ਦੁਪਹਿਰ ਵੇਲੇ CRPF ਜਿਹੜੀ ਹੈ ਸ਼੍ਰੀ ਦਰਬਾਰ ਸਾਹਿਬ ਵੱਲ ਨੂੰ ਮੋਰਚਾ ਖੋਲ ਦਿੰਦੀ ਹੈ ਤੇ ਗੋਲੀਬਾਰੀ ਸ਼ੁਰੂ ਕਰ ਦਿੰਦੀ ਹੈ ਜੀ। ਉਹਦੇ ਪਿੱਛੇ ਹੁਣ ਪਤਾ ਲੱਗਦਾ ਕਿ ਉਹ ਕੇਵਲ ਤੇ ਕੇਵਲ ਇਹ ਪਤਾ ਲੈਣਾ ਚਾਹੁੰਦੇ ਸੀ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਨੇ ਮੋਰਚੇ ਕਿੱਥੇ ਕਿੱਥੇ ਬਣਾਏ ਨੇ, ਕਿਸ ਰੂਪ ਚ ਮੋਰਚੇ ਨੇ, ਕਿਸ ਤਰ੍ਹਾਂ ਦੇ ਇਹਨਾਂ ਕੋਲ ਹਥਿਆਰ ਹੈ। ਔਰ ਉਹ ਸ਼ਾਮ ਨੂੰ ਕਈ ਵਾਰੀ ਬੰਦ ਹੋ ਜਾਂਦੀ ਹੈ, ਜਿਹਦੇ ਵਿੱਚ ਭਾਈ ਮਹਿੰਗਾ ਸਿੰਘ ਤੇ ਹੋਰ ਜਿਹੜੇ ਸਿੰਘ ਨੇ ਸ਼ਹੀਦ ਹੁੰਦੇ ਨੇ, ਕੁਝ ਫੱਟੜ ਹੁੰਦੇ ਨੇ। ਔਰ ਉਸ ਤੋਂ ਬਾਅਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਨੂੰ ਪਤਾ ਲੱਗ ਗਿਆ ਕਿ ਹੁਣ ਜਿਹੜੀ ਸਰਕਾਰ ਹੈ ਇਹ ਕੋਈ ਵੱਡੇ ਕਦਮ ਚੁੱਕ ਸਕਦੀ ਹੈ। ਔਰ ਪਤਾ ਵੀ ਲੱਗ ਗਿਆ ਕਿ ਪੰਜਾਬ ਨੂੰ ਜਿਹੜਾ ਫੌਜ ਦੇ ਹਵਾਲੇ ਕਰ ਦਿੱਤਾ ਗਿਆ ਜੀ। ਜਦੋਂ ਫੌਜ ਦੇ ਹਵਾਲੇ ਕੀਤਾ ਗਿਆ ਫਿਰ 2 ਦਿਨ ਮਿਲੇ ਸੀਗੇ, 2 ਤੇ 3 ਤਰੀਕ ਤਿਆਰੀ ਵਾਸਤੇ। ਫਿਰ 2 ਤੇ 3 ਦੀ ਜਿਹੜੇ 2 ਦਿਨ ਸੀ ਉਹਨਾਂ ਦੇ ਵਿੱਚ ਜੋ ਵੀ ਅੰਦਰ ਸਾਡੇ ਕੋਲੇ ਸਾਧਨ ਸੀਗੇ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਕੋਲੇ, ਸਿੰਘਾਂ ਕੋਲੇ, ਜਾਂ ਜਿਹੜੇ ਆਲ ਇੰਡੀਆ ਸਿੱਖ ਫੈਡਰੇਸ਼ਨ ਦੇ ਸੀ, ਜਾਂ ਜਿਹੜੇ ਹੋਰ ਵੱਖ-ਵੱਖ ਜਥੇਬੰਦੀਆਂ, ਚਾਹੇ ਬੱਬਰ ਖਾਲਸਾ ਸੀਗੇ, ਉਹਨਾਂ ਕੋਲੇ ਜਿੰਨੇ ਵੀ ਸਾਧਨ ਸਨ ਉਹ ਉਹਨਾਂ ਨੇ ਉਹਦੇ ਮੁਤਾਬਕ ਤਿਆਰੀ ਕੀਤੀ, ਮੋਰਚਾਬੰਦੀ ਕੀਤੀ। ਔਰ ਜੋ ਅਮਨੀਸ਼ਨ ਸੀਗਾ, ਕਿਉਂਕਿ ਸੀਮਿਤ ਅਮਨੀਸ਼ਨ ਸੀਗਾ, ਕੋਈ ਇਹ ਤਾਂ ਹੈ ਨਹੀਂ ਕਿ ਪਿੱਛੋਂ ਤੁਰਿਆ ਆਉਂਦਾ ਸੀਗਾ, ਉਹ ਲੋੜ ਅਨੁਸਾਰ ਸਾਰਿਆਂ ਦੇ ਵਿੱਚ ਵੰਡ ਕਰ ਦਿੱਤੀ ਗਈ। ਔਰ ਕੋਸ਼ਿਸ਼ ਇਹ ਸੀ ਕਿ ਜਿਹੜੇ ਉਚਾਈ ਤੇ ਮੋਰਚੇ ਨੇ, ਜਿੰਨੇ ਵੀ ਉਚਾਈ ਤੇ ਮੋਰਚੇ ਬਣ ਸਕਣ ਉਨੇ ਚੰਗੇ ਨੇ। ਤੇ ਮੋਰਚਿਆਂ ਦੀ ਖਾਸ ਕਰਕੇ ਦੇਖ ਰੇਖ ਜਿਹੜੀ ਹੈ ਉਹ ਬੜੇ ਸਤਿਕਾਰਯੋਗ ਜਨਰਲ ਸਵੇਗ ਸਿੰਘ ਜੀ ਕਰ ਰਹੇ ਸੀ ਜੀ। ਔਰ ਇਹ ਡਿਸਾਈਡ ਹੋਇਆ ਕਿ ਜਿਹੜੀ ਗੁਰੂ ਰਾਮਦਾਸ ਸਰਾਂ ਵਾਲੇ ਪਾਸੇ ਪਾਣੀ ਵਾਲੀ ਟੈਂਕੀ ਹੈ ਜਿਹਦੀ ਉਚਾਈ ਬਹੁਤ ਜ਼ਿਆਦਾ ਹੈ, ਇਹਦੇ ਉੱਤੇ ਵੀ ਮੋਰਚਾ ਬਣਾਇਆ ਜਾਵੇ, ਕਿਉਂਕਿ 1 ਤਰੀਕ ਤੱਕ ਉੱਥੇ ਕੋਈ ਮੋਰਚਾ ਨਹੀਂ ਸੀਗਾ। ਫਿਰ 2 ਤਰੀਕ ਨੂੰ ਉੱਥੇ ਤਿਆਰੀ ਸ਼ੁਰੂ ਕੀਤੀ ਗਈ। ਅਸੀਂ ਜਨਰਲ ਸਵੇਗ ਸਿੰਘ ਹੋਰਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਆਣ ਕੇ ਮੋਰਚਾ ਇੱਕ ਵਾਰ ਉੱਪਰ ਜਾ ਕੇ ਜ਼ਰੂਰ ਚੈੱਕ ਕਰੋ। ਅਜੇ ਕਿ ਉਹਨਾਂ ਦੀ ਬੈਕੇਜ ਦੀ ਜਿਹੜੀ ਆ ਬੜੀ ਪ੍ਰੋਬਲਮ ਸੀ, ਉਹਨਾਂ ਦੇ ਪਿੱਠ ਦੇ ਵਿੱਚ ਬਹੁਤ ਵੱਡਾ ਦਰਦ ਰਹਿੰਦਾ ਸੀ। ਬਜ਼ੁਰਗ ਅਵਸਥਾ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਏਡੀ ਵੱਡੀ ਉਚਾਈ ਦੇ ਉੱਤੇ ਜਾ ਕੇ ਮੋਰਚਾ ਚੈੱਕ ਕੀਤਾ ਤੇ ਉਹਨਾਂ ਨੇ ਉਸ ਮੋਰਚੇ ਦੀ ਪ੍ਰਵਾਨਗੀ ਦਿੱਤੀ। ਔਰ ਉੱਥੇ ਫਿਰ ਜੋ ਅਸੀਂ ਜਿਸ ਤਰੀਕੇ ਨਾਲ ਜੋ ਸਾਨੂੰ ਸਾਧਨ ਮਿਲੇ ਉੱਪਰ ਚੜਾਉਣ ਲਈ, ਜਿਹਦੇ ਨਾਲ ਅਸੀਂ ਮੋਰਚਾ ਤਿਆਰ ਕਰ ਸਕੀਏ, ਉਹ ਫਿਰ ਅਸੀਂ ਉਹ ਮੋਰਚਾ ਤਿਆਰ ਕੀਤਾ। ਉਹਦੇ ਉੱਤੇ ਆਲ ਇੰਡੀਆ ਸਿੱਖ ਫੈਡਰੇਸ਼ਨ ਵੱਲੋਂ ਮੇਨ ਜ਼ਿੰਮੇਵਾਰੀ ਮੈਨੂੰ ਦਿੱਤੀ ਗਈ ਸੀ। ਮੇਰੇ ਨਾਲ ਹਰਮਿੰਦਰ ਸਿੰਘ ਗਿੱਲ ਸੀ, ਮਨਜੀਤ ਸਿੰਘ ਭੋਮਾ ਸੀ, ਹੋਰ ਫੈਡਰੇਸ਼ਨ ਦੇ ਜਿਹੜੇ ਵਰਕਰ ਸਾਹਿਬਾਨ ਸਨ ਉਹ ਉਸ ਮੋਰਚੇ ਦੇ ਉੱਤੇ ਤਾਇਨਾਤ ਸੀ। ਔਰ ਦੂਸਰੇ ਬੰਨੇ ਆਰਮੀ ਸੀਗੀ, ਜਿਹੜੀ ਫੌਜ ਸੀਗੀ, ਜਦੋਂ 4 ਤਰੀਕ ਨੂੰ ਉਹ ਤੜਕੇ 4:40 ਦੇ ਉੱਤੇ ਹਮਲਾ ਕਰਦੇ ਨੇ ਜੀ। ਜਿਹੜੇ ਮੋਟਰ ਨੇ ਉਹਨਾਂ ਦੇ ਨਾਲ ਫਾਇਰ ਕਰਦੇ ਨੇ, ਗੋਲਾਬਾਰੀ ਕਰਦੇ ਨੇ, ਫਾਇਰਿੰਗ ਸ਼ੁਰੂ ਕਰਦੇ ਨੇ। ਤੇ ਉਹਨਾਂ ਦਾ ਵੀ ਸਭ ਤੋਂ ਪਹਿਲਾ ਨਿਸ਼ਾਨਾ ਹੀ ਇਹ ਸੀ, ਜਿਹੜੇ ਉਚਾਈ ਦੇ ਮੋਰਚੇ ਨੇ, ਜਿਹੜੇ ਬਹੁਤ ਹਾਈਟ ਤੇ ਮੋਰਚੇ ਨੇ, ਉਹਨਾਂ ਨੇ ਟਾਰਗੇਟ ਕੀਤਾ ਸੀ। ਚਾਹੇ ਉਹ ਜਿਹੜੇ ਬੁਰਜ ਨੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ, ਜਾਂ ਪਾਣੀ ਵਾਲੀ ਟੈਂਕੀ ਸੀ, ਜਾਂ ਜਿਹੜੇ ਹੋਰ ਉਚਾਈ ਤੇ ਮੋਰਚੇ ਸੀ, ਉਹਨਾਂ ਨੇ ਟਾਰਗੇਟ ਕੀਤਾ। ਔਰ 4 ਤਰੀਕ ਸ਼ਾਮ ਤੱਕ ਜਿਹੜਾ ਆ ਉਹ ਪਾਣੀ ਵਾਲੀ ਟੈਂਕੀ ਜਿਹੜੀ ਆ ਉਹ ਬਿਲਕੁਲ ਜਿਹੜਾ ਮੋਰਚਾ ਆ ਉਹ ਫੌਜ ਨੇ ਗੋਲੇ ਮਾਰ ਕੇ ਤਬਾਹ ਕਰ ਦਿੱਤਾ। ਔਰ ਸਾਨੂੰ ਉੱਥੇ ਪੋਜੀਸ਼ਨ ਆਪਣੀ ਬਦਲਣੀ ਪਈ। ਔਰ ਫਿਰ ਉਸ ਤੋਂ ਬਾਅਦ ਗੁਰੂ ਰਾਮਦਾਸ ਸਰਾਂ ਦੇ ਉੱਪਰ ਜਿਹੜੇ ਉੱਥੇ ਮੋਰਚੇ ਸੀਗੇ, ਇਸ ਤਰ੍ਹਾਂ ਦੇ ਹਾਲਾਤ ਬਣਦੇ ਰਹੇ। ਔਰ ਵੱਖ-ਵੱਖ ਥਾਵਾਂ ਤੇ ਜਿਹੜੇ ਸਿੰਘ ਨੇ, ਚਾਹੇ ਉਹ ਸ੍ਰੀ ਅਕਾਲ ਤਖਤ ਸਾਹਿਬ ਸੀ, ਚਾਹੇ ਜਿੰਨੀਆਂ ਡਿਓੜੀਆਂ ਸਨ, ਚਾਹੇ ਵੱਖ-ਵੱਖ ਹੋਰ ਥਾਵਾਂ ਸਨ, ਚਾਹੇ ਗੁਰੂ ਰਾਮਦਾਸ ਲੰਗਰ ਸੀ, ਚਾਹੇ ਨਾਲੇ ਨੇੜੇ ਲੱਗਦੀਆਂ ਜਿਹੜੀਆਂ ਉਚਾਈ ਵਾਲੀਆਂ ਬਿਲਡਿੰਗਾਂ ਸੀ ਜਿਨ੍ਹਾਂ ਦੇ ਵਿੱਚ ਹੋਟਲ ਸਨ, ਉਹਨਾਂ ਦੇ ਉੱਤੇ ਵੀ ਜਿਹੜੇ ਮੋਰਚੇ ਸੀ ਉਹਨਾਂ ਦੇ ਉੱਤੇ ਵੀ ਸਿੰਘ ਜਿਹੜੇ ਆਪਣੇ ਜਵਾਬ ਦਿੰਦੇ ਰਹੇ, ਲੜਾਈ ਲੜਦੇ ਰਹੇ। ਔਰ ਉਹਨਾਂ ਨੂੰ 5 ਤਰੀਕ ਰਾਤ ਤੱਕ ਕਿਸੇ ਤਰ੍ਹਾਂ ਦਾ
ਸਿਰ ਨਹੀਂ ਚੁੱਕਣ ਦਿੱਤਾ ਕਿ ਉਹ ਕਿਸੇ ਤਰ੍ਹਾਂ ਦਾ ਅੱਗੇ ਵੱਧ ਸਕਣ। ਔਰ ਹਾਲਾਤ ਕੁਛ ਇਸ ਤਰ੍ਹਾਂ ਦੇ ਬਣ ਗਏ ਸੀ, ਪਾਣੀ ਵੀ ਅੰਦਰੋਂ, ਕਿਉਂਕਿ ਪਾਣੀ ਦੀ ਟੈਂਕੀ ਟੁੱਟ ਗਈ ਸੀਗੀ ਔਰ ਬਿਜਲੀ ਦੀ ਸਪਲਾਈ ਬੰਦ ਹੋ ਚੁੱਕੀ ਸੀਗੀ, ਤੇ ਸੰਗਤਾਂ ਜੀ ਬਹੁਤ ਵੱਡੀ ਗਿਣਤੀ ਵਿੱਚ ਕੁਝ ਮੋਰਚੇ ਵਿੱਚ ਗ੍ਰਿਫਤਾਰੀ ਦੇਣ ਵਾਸਤੇ ਆਈਆਂ ਸੀ, ਕੁਝ ਵੈਸੇ ਦਰਸ਼ਨਾਂ ਵਾਸਤੇ ਆਈਆਂ ਸੀ, ਕੁਝ ਜਿਹੜੀਆਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਆਈਆਂ ਸੀ। ਤੇ ਜਿਹੜੇ ਉਹ ਯਾਤਰੂ ਸੀ, ਜਿਹੜੇ ਸ਼ਰਧਾਲੂ ਸੀਗੇ, ਉਹ ਕਾਫੀ ਵੱਡੀ ਗਿਣਤੀ ਵਿੱਚ ਸੀਗੇ। ਔਰ ਮਤਲਬ ਜਿਹੜਾ ਦੋਨਾਂ ਪਾਸਿਆਂ ਤੋਂ ਜਿਹੜੀ ਆ ਉਹ ਲੜਾਈ ਜਿਹੜੀ ਆ ਗਹਿ ਗੱਚ ਚੱਲਦੀ ਰਹੀ। ਔਰ ਇਸ ਲੜਾਈ ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੇ ਜਿਹੜੇ ਸਮਰਥਕ ਸੀ, ਜਿਹੜੇ ਉਹਨਾਂ ਦੇ ਨਾਲ ਜੁਝਾਰੂ ਸੀ, ਉਹਨਾਂ ਨੇ ਜਿਹੜਾ ਆ 4 ਤਰੀਕ ਨੂੰ ਤੜਕੇ 4:40 ਤੇ ਸ਼ੁਰੂ ਹੋਈ ਲੜਾਈ ਜਿਹੜੀ ਹੈ, ਉਹ 5 ਤਰੀਕ ਰਾਤ ਤੱਕ ਆਰਮੀ ਨੂੰ ਜਿਹੜਾ ਆ ਕਿਸੇ ਵੀ ਕੀਮਤ ਤੇ ਅੰਦਰ ਨਹੀਂ ਵੜ ਦਿੱਤਾ। ਔਰ ਖਾਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਇਹਦੀ ਗਹਿ ਗੱਚ ਲੜਾਈ ਹੋਈ ਕਿ ਉੱਥੇ ਜਿਹੜੇ ਆ ਫੌਜੀਆਂ ਦੇ ਢੇਰ ਲੱਗ ਗਏ ਔਰ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਪਹੁੰਚਣ ਤੇ ਟੈਂਕਾਂ ਤੇ ਤੋਪਾਂ ਦੀ ਵਰਤੋਂ ਕਰਨੀ ਪਈ। ਅਜਿਹੇ ਹਾਲਾਤ ਸਨ ਉਸ ਸਮੇਂ, ਜਿਹੜੇ ਕਿ ਬਿਆਨ ਕਰਨੇ ਬੜੇ ਔਖੇ ਨੇ। ਔਰ ਤੁਸੀਂ ਸੁਣੇ ਨੇ, ਆਮ ਜਨਤਾ ਨੇ ਸੁਣੇ ਨੇ, ਜਿਹਨੇ ਦੇਖੇ ਨੇ, ਜਿਹਨੇ ਹੰਢਾਏ ਨੇ। ਜਦੋਂ ਵੀ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾਈਦਾ, ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾਈਦਾ, ਔਰ ਉਹ ਜਿਹੜਾ ਸੀਨ ਹੈ, ਉਹ ਜਿਹੜੀ ਇਹ ਭਿਆਨਕ ਦ੍ਰਿਸ਼ ਨੇ, ਉਹ ਸਾਰੇ ਅੱਖਾਂ ਦੇ ਸਾਹਮਣੇ ਆਪ ਮੁਹਾਰੇ ਘੁੰਮਦੇ ਨੇ। ਔਰ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਜਦੋਂ ਇਹ ਘੱਲੂਘਾਰਾ ਹਫ਼ਤਾ ਬੀਤਿਆ, 1 ਜੂਨ ਤੋਂ ਲੈ ਕੇ 6 ਜੂਨ ਤੱਕ ਜੋ ਕੁਝ ਉੱਥੇ ਵਾਪਰਿਆ ਸੀਗਾ, ਉਹ ਅੱਜ ਵੀ ਮੇਰਾ ਖਿਆਲ ਕਿ ਜਿਹੜੇ ਭਾਵੇਂ ਬਾਅਦ ਚ ਪੈਦਾ ਹੋਏ ਨੇ, ਜਿਨ੍ਹਾਂ ਨੂੰ ਅੱਜ ਸੋਝੀ ਆਈ ਹੈ, ਉਹ ਜਿਹੜਾ ਵੀ ਸਿੱਖ ਸੁਣਦਾ ਆ, ਉਹਦਾ ਜਿਹੜਾ ਸੀਨਾ ਆ ਉਹ ਕੁਰਲਾ ਉੱਠਦਾ ਆ। ਉਹਨੂੰ ਜਿਹੜੇ ਉਹਦੇ ਸੀਨੇ 'ਚ ਛੇਕ ਪੈਂਦੇ ਨੇ ਕਿ ਸਾਨੂੰ ਜਿਹੜਾ ਆ ਭਾਰਤ ਸਰਕਾਰ ਨੇ ਏਡਾ ਵੱਡਾ ਦੁੱਖ, ਏਡਾ ਵੱਡਾ ਕਸ਼ਟ, ਏਡਾ ਵੱਡਾ ਸੇਕ ਜਿਹੜਾ ਦਿੱਤਾ ਆ, ਏਡੀ ਵੱਡੀ ਜ਼ਿਆਦਤੀ ਜਿਹੜੀ ਆ ਸਿੱਖਾਂ ਦੇ ਨਾਲ ਉਸ ਸਮੇਂ ਦੀ ਇੰਦਰਾ ਗਾਂਧੀ ਸਰਕਾਰ ਨੇ ਕੀਤੀ ਸੀ। ਬਿਰਸਾ ਜੀ, ਤੁਹਾਨੂੰ ਫਿਰ ਕਿੱਥੋਂ ਗ੍ਰਿਫਤਾਰ ਕੀਤਾ ਗਿਆ? ਉਸ ਮਾਮਲੇ ਦੇ ਵਿੱਚ ਕਿਹੜੇ ਕੇਸ ਤੁਹਾਡੇ ਤੇ ਪਾਏ ਗਏ? ਫਿਰ ਦੇਖੋ, ਗੱਲ ਇੰਨੀ ਕੁ ਸੀ ਵੀ ਜਦੋਂ ਟੈਂਕੀ ਵਾਲਾ ਮੋਰਚਾ ਟੁੱਟ ਗਿਆ, ਬਾਕੀ ਜਿਹੜੇ ਮੋਰਚੇ ਸੀ ਉਹ ਵੀ ਟੁੱਟ ਗਏ। ਉਸ ਸਮੇਂ ਤੱਕ 5 ਤਰੀਕ ਤੱਕ ਜਿਹੜਾ ਅੰਦਰ ਇੰਟਰਕੌਮ ਫੋਨ ਸੀਗਾ, ਜਿਹੜਾ ਅੰਦਰ ਹੀ ਅੰਦਰ ਚੱਲਦਾ ਸੀਗਾ, ਉਹ ਚੱਲਦਾ ਸੀਗਾ। ਤੇ ਅਸੀਂ ਸੰਤਾਂ ਨੂੰ ਬੇਨਤੀ ਕੀਤੀ ਕਿ ਸਾਡੇ ਕੋਲ, ਕਿਉਂਕਿ ਐਮੂਨੇਸ਼ਨ ਵੀ ਹੁਣ ਥੋੜਾ ਰਹਿ ਗਿਆ ਹੈ, ਤੇ ਦੂਸਰਾ ਇੱਧਰ ਮੋਰਚੇਬੰਦੀ ਵੀ ਜਿਹੜੀ ਆ ਟੁੱਟ ਗਈ, ਤੇ ਉਹਨਾਂ ਦਾ ਜਿਹੜਾ ਫੌਜ ਦਾ ਵੀ ਮੁੱਖ ਨਿਸ਼ਾਨਾ ਸ਼੍ਰੀ ਅਕਾਲ ਤਖਤ ਸਾਹਿਬ ਹੈ, ਤੇ ਜੇ ਸਾਨੂੰ ਤੁਸੀਂ ਆਗਿਆ ਦੇ, ਅਸੀਂ ਵੀ ਸਾਰੇ ਅਕਾਲ ਤਖਤ ਸਾਹਿਬ ਤੇ ਆ ਜਾਂਦੇ ਹਾਂ। ਉਦੋਂ ਤੱਕ ਅਜੇ ਫੋਨ ਚੱਲਦਾ ਸੀਗਾ। ਉਸ ਤੋਂ ਬਾਅਦ ਪਤਾ ਨਹੀਂ ਕਿੱਥੇ ਗੋਲਾ ਵੱਜ ਗਿਆ, ਉਹ ਡਿਸਕਨੈਕਟ ਹੋ ਗਿਆ। ਤੇ ਉਹ ਸੰਤਾਂ ਨੇ ਆਗਿਆ ਨਹੀਂ ਦਿੱਤੀ। ਉਹਨਾਂ ਨੇ ਕਿਹਾ ਵੀ ਨਹੀਂ, ਤੁਸੀਂ ਇਸੇ ਪਾਸੇ ਰਹਿਣਾ ਆ, ਇਹ ਇਸੇ ਪਾਸੇ ਰਹਿ ਕੇ ਆਪਦੀ ਜਿੰਨੀ ਵੀ ਲੜਾਈ ਲੜ ਸਕਦੇ ਜੋ ਲੜੋ। ਔਰ ਅਖੀਰ ਤੇ ਫਿਰ ਇਹ ਸੀਗਾ ਕਿ ਐਮੂਨੀਸ਼ਨ ਖਤਮ ਹੋ ਗਏ, ਕੇਵਲ ਤੇ ਕੇਵਲ ਜਿਹੜੇ ਹਥਿਆਰ ਸੀ ਉਹ ਇੱਕ ਡਾਂਗਾਂ ਦੇ ਰੂਪ 'ਚ ਹੀ ਰਹਿ ਗਏ ਸੀਗੇ। ਤੇ ਉਸ ਤੋਂ ਬਾਅਦ ਜਿਹੜੀ ਰਾਤ ਨੂੰ ਜਿਹੜੀ ਆਰਮੀ ਦਾਖਲ ਹੁੰਦੀ ਹੈ, ਔਰ ਬੜੇ ਨਾਟਕੀ ਢੰਗ ਦੇ ਨਾਲ ਜਿਹੜੀ ਆ ਉੱਥੇ ਜਿਹੜੇ ਫੈਡਰੇਸ਼ਨ ਦੇ ਜਿਹੜੇ ਆਗੂ ਸਾਹਿਬਾਨ ਸਨ, ਜਿਨ੍ਹਾਂ ਦੇ ਵਿੱਚ ਮੈਂ ਵੀ ਸੀਗਾ, ਉਹਨਾਂ ਦੀ ਜਿਹੜੀ ਗ੍ਰਿਫਤਾਰੀ ਹੁੰਦੀ ਹੈ। ਜੀ, ਤੁਹਾਡੇ ਨਾਲ ਜਦੋਂ ਤੁਸੀਂ ਮੋਰਚਾ ਲਗਾਇਆ, ਜਦੋਂ ਭਾਰਤੀ ਫੌਜ ਵੱਲੋਂ ਹਮਲਾ ਕੀਤਾ ਗਿਆ ਅਕਾਲ ਤਖਤ ਸਾਹਿਬ ਤੇ, ਤੁਹਾਡੇ ਤੱਕ ਵੀ ਕੁਝ ਉਦੋਂ ਹਮਲੇ ਦੀਆਂ ਕੁਝ ਹੋਇਆ? ਤੁਹਾਡੇ ਬੰਦੇ ਵੀ ਜ਼ਖਮੀ ਉਸ ਹਮਲੇ 'ਚ, ਸਾਥੀ ਸੀ ਨੇੜਲੇ? ਦੇਖੋ, ਕਿਉਂਕਿ ਮੋਰਚਾਬੰਦੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਮੇਰਾ ਖਿਆਲ ਹੈ ਕਿ ਦੂਰੋਂ ਜਦੋਂ ਗੋਲੀ ਇੱਧਰੋਂ ਚੱਲਦੀ ਸੀ ਤੇ ਸ਼ਾਇਦ ਉੱਧਰ ਵੀ ਘੱਟ ਨੁਕਸਾਨ ਹੁੰਦਾ ਹੋਵੇ, ਤੇ ਜਦੋਂ ਉੱਧਰੋਂ ਚਲਾਉਂਦੇ ਸੀ ਆਮ ਕਰਕੇ ਜਿਹੜਾ ਸ਼ਰਧਾਲੂਆਂ ਦਾ ਜ਼ਿਆਦਾ ਨੁਕਸਾਨ ਹੋਇਆ। ਤੇ ਕੋਈ ਦਰਾਵਾ ਨਹੀਂ ਗਿਆ ਕਿ ਫੈਡਰੇਸ਼ਨ ਦੇ ਸਿੰਘ ਜਿਹੜੇ ਨੇ ਬਹੁਤ ਵੱਡੀ ਗਿਣਤੀ ਵਿੱਚ ਸ਼ਹੀਦ ਹੋਏ ਨੇ, ਚਾਹੇ ਸ਼੍ਰੀ ਅਕਾਲ ਤਖਤ ਸਾਹਿਬ ਵਾਲੇ ਪਾਸੇ ਆ, ਚਾਹੇ ਹੋਰਨਾਂ ਮੋਰਚਿਆਂ ਤੇ ਸੀਗੇ, ਚਾਹੇ ਸਰਾਂ ਵਾਲੇ ਪਾਸੇ ਨੇ। ਪਰ ਜਿਹੜੇ ਮੋਰਚੇ ਤੇ ਮੈਂ ਸੀਗਾ ਜਾਂ ਮੇਰੇ ਨਾਲ ਦੇ ਸਾਥੀ ਸੀਗੇ, ਉੱਥੇ ਮੋਰਚਾਬੰਦੀ ਹੋਣ ਕਰਕੇ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਸੀ ਹੋਇਆ। ਜੀ ਬਿਰਸਾ ਜੀ, ਤੁਸੀਂ ਫਿਰ ਕਿੰਨਾ ਸਮਾਂ ਇਸ ਮਾਮਲੇ ਦੇ ਵਿੱਚ ਜੇਲ੍ਹ ਕੱਟਣੀ ਪਈ ਤੁਹਾਨੂੰ? ਦੇਖੋ, ਸਾਨੂੰ 6 ਜੂਨ ਸ਼ਾਮ ਨੂੰ ਜਿਹੜਾ ਆ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਗ੍ਰਿਫਤਾਰੀ ਤੋਂ ਬਾਅਦ ਕਿਉਂਕਿ ਉੱਥੇ ਜਿੰਨੇ ਵੀ ਫੈਡਰੇਸ਼ਨ ਵਾਲੇ ਆਗੂ ਸੀਗੇ, ਉਹ ਕੁਝ ਮਿਕਸੀ ਇਸ ਤਰੀਕੇ ਨਾਲ ਹੋ ਗਏ ਸੀਗੇ ਕਿ ਫੌਜ ਨੂੰ ਵੀ ਪਤਾ ਨਹੀਂ ਲੱਗਾ ਕਿ ਇਹ ਜਿਹੜੇ ਨੇ ਇਹ ਲੜਨ ਵਾਲੇ ਨੇ ਜਾਂ ਇਹ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਦੇ ਸਮਰਥਕ ਨੇ।
ਉਹਨਾਂ ਦੀ, ਕਿਉਂਕਿ ਸਾਰਿਆਂ ਨੂੰ ਜਿਹੜੇ ਸ਼ਰਧਾਲੂ ਸੀ ਜਾਂ ਸਾਡੇ ਵਰਗੇ ਸੀ, ਉਹਨਾਂ ਸਾਰਿਆਂ ਨੂੰ ਫੌਜੀ ਕੈਂਪਾਂ ਦੇ ਵਿੱਚ ਸੁੱਟ ਦਿੱਤਾ ਗਿਆ ਔਰ ਫੌਜੀ ਕੈਂਪਾਂ ਦੇ ਅੰਦਰ ਹੀ ਸਾਡੀ ਸ਼ਨਾਖਤ ਕੀਤੀ ਗਈ। ਸਾਨੂੰ ਇੱਕ ਜਿਹੜੀ ਕਾਲੇ ਸ਼ੀਸ਼ੇ ਵਾਲੀ ਬਾਰੀ ਸੀ ਉਹਦੇ ਅੱਗੇ ਖੜਾ ਕੀਤਾ ਜਾਂਦਾ ਸੀਗਾ। ਅੰਦਰੋਂ ਹੀ ਕੋਈ ਬੈਠਾ, ਕੌਣ ਬੈਠਾ ਸੀਗਾ ਕੌਣ ਨਹੀਂ ਬੈਠਾ ਸੀਗਾ, ਉਹੀ ਅੰਦਰ ਸ਼ਨਾਖਤ ਕਰਦਾ ਸੀਗਾ ਕਿ ਇਹ ਕੌਣ ਹੈ ਕੌਣ ਨਹੀਂ। ਉੱਥੋਂ ਫਿਰ ਜਿਹੜੀ ਸਾਡੀ ਜਿਹੜੀ ਆ ਸ਼ਨਾਖਤ ਕਰਕੇ ਸਾਨੂੰ ਜਿਹੜਾ ਸਾਰਿਆਂ ਤੋਂ ਵੱਖਰਿਆ ਕਰ ਲਿਆ ਗਿਆ ਔਰ ਵੱਖਰਿਆ ਕਰਕੇ ਸਾਡੇ ਨਾਲ ਜੋ ਉੱਥੇ ਹਾਲਾਤ ਬੀਤੇ ਉਹ ਤਾਂ ਬੀਤੇ। ਉਸ ਤੋਂ ਬਾਅਦ 17 ਜੂਨ 1984 ਨੂੰ ਹੀ ਸਾਨੂੰ ਬਿਨਾਂ ਦੱਸੇ ਤੋਂ ਵੀ ਕਿੱਥੇ ਲਿਜਾ ਰਹੇ ਨੇ, ਅਸੀਂ ਤਾਂ ਪਹਿਲਾਂ ਸੋਚਿਆ ਕਿ ਸਾਨੂੰ ਜਿਹੜਾ ਆ ਇਹ ਸਾਡਾ ਹੁਣ ਮੁਕਾਬਲਾ ਬਣਾਉਣਗੇ। ਜਦੋਂ ਸਾਨੂੰ ਫੌਜੀ ਕੈਂਪਾਂ ਚੋਂ ਕੱਢਿਆ ਗਿਆ, ਜਦੋਂ ਸਾਨੂੰ ਫੌਜ ਬਾਹਰ ਲੈ ਕੇ ਚੱਲੀ ਹੈ, ਜਨਿੰਦਰ ਸਿੰਘ ਸੀ, ਮੈਂ ਸੀ, ਸਰਦਾਰ ਰਜਿੰਦਰ ਸਿੰਘ ਮਹਿਤਾ ਸੀ, ਸਰਦਾਰ ਅਮਰਜੀਤ ਸਿੰਘ ਚਾਵਲਾ ਸੀ, ਭਾਈ ਲਾਭ ਸਿੰਘ ਪੰਜਵੜ ਜਿਹੜੇ ਖਾਲਿਸਤਾਨ ਕਮਾਂਡੋ ਫੋਰਸ ਦੇ ਸਭ ਤੋਂ ਪਹਿਲੇ ਜਨਰਲ ਰਹੇ ਨੇ, ਚੀਫ ਰਹੇ ਨੇ, ਉਹ ਸੀ, ਤੇ ਨਾਲ 4-5 ਸਿੰਘ ਹੋਰ ਸੀਗੇ। ਸਾਨੂੰ ਜਿਹੜਾ ਉਹਨਾਂ ਨੇ ਕੱਢ ਕੇ ਕਮਰਿਆਂ ਚੋਂ ਤੇ ਥੱਲੇ ਲੈ ਜਾਂਦਾ, ਬਾਹਰ ਲੈ ਜਾਂਦਾ, ਤੇ ਸਾਰਿਆਂ ਨੇ ਇਹੀ ਮਤਾ ਪਕਾਇਆ ਕਿ ਕਿਸੇ ਨੇ ਵੀ ਕਿਸੇ ਤਰ੍ਹਾਂ ਦੀ ਕੋਈ ਢਿੱਲ ਨਹੀਂ ਦਿਖਾਉਣੀ ਔਰ ਚੜ੍ਹਦੀ ਕਲਾ ਦੇ ਨਾਲ ਸ਼ਹੀਦੀ ਦੇਣੀ ਹੈ। ਪਰ ਬਾਅਦ ਵਿੱਚ ਪਤਾ ਲੱਗਾ ਕਿ ਸਾਨੂੰ ਜਿਹੜਾ ਆ ਉੱਥੋਂ ਅੰਮ੍ਰਿਤਸਰ ਤੋਂ ਜਿਹੜਾ ਆ ਜੋਧਪੁਰ ਜੇਲ੍ਹ ਦੇ ਵਿੱਚ ਤਬਦੀਲ ਕੀਤਾ ਗਿਆ। ਅਜੇ ਕਿ ਜਦੋਂ ਅਸੀਂ ਉੱਥੇ ਜੇਲ੍ਹ ਦੇ ਵਿੱਚ ਹੀ ਸਾਨੂੰ ਭੇਜਿਆ ਗਿਆ ਤੇ ਸਾਨੂੰ ਇਹ ਨਹੀਂ ਸੀ ਪਤਾ ਕਿ ਇਹ ਕਿਹੜਾ ਸੂਬਾ ਆ, ਕਿਹੜੀ ਜੇਲ੍ਹ ਹੈ, ਇਹਦਾ ਨਾਂ ਕੀ ਹੈ। ਉੱਥੇ ਸਾਡੀਆਂ ਇੰਟਰੋਗੇਸ਼ਨਾਂ ਚੱਲਦੀਆਂ ਰਹੀਆਂ, ਉੱਥੇ ਸਾਡੀ CBI, IB, ਆਰਮੀ ਦੀਆਂ ਏਜੰਸੀਆਂ ਜਾਂ ਹੋਰ ਜਿਹੜੀਆਂ ਰੌ ਵਗੈਰਾ ਸੀ ਜਾਂ ਜਿਹੜੀਆਂ ਹੋਰ ਏਜੰਸੀਆਂ ਸੀਗੀਆਂ, ਉਹ ਹਰੇਕ ਤਰੀਕੇ ਦੇ ਨਾਲ ਤਸ਼ੱਦਦ ਦੇ ਨਾਲ ਵੀ ਜਿਹੜਾ ਆ ਉਹ ਇੰਟਰੋਗੇਸ਼ਨ ਸਾਰੇ ਸਿੰਘਾਂ ਦੀ ਕਰਦੀ ਰਹੀ। ਔਰ ਉੱਥੇ ਜਿਹੜੇ ਵੀ ਸਿੰਘ ਅੰਦਰੋਂ ਫੜੇ ਗਏ, ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ, ਉਹਨਾਂ ਦੇ ਵਿਰੁੱਧ ਬੇਜਿੰਗ ਵਾਰ ਦਾ, ਦੇਸ਼ ਦੇ ਵਿਰੁੱਧ ਹਥਿਆਰਬੰਦ ਬਗਾਵਤ ਦਾ ਕੇਸ ਜਿਹੜਾ ਆ ਉਹ ਜੋਧਪੁਰ ਜੇਲ੍ਹ ਦੇ ਵਿੱਚ ਹੀ ਉਹ ਸ਼ੁਰੂ ਕੀਤਾ ਗਿਆ ਔਰ ਉੱਥੇ ਹੀ ਅਦਾਲਤ ਬਣਾਈ ਗਈ ਔਰ ਪੌਣੇ 5 ਸਾਲ ਉਹ ਮੁਕੱਦਮਾ ਚੱਲਦਾ ਰਿਹਾ, ਜਿਹੜਾ ਕਿ ਕਿਸੇ ਸਿਰੇ ਪੱਤਰ ਨਹੀਂ ਲੱਗਿਆ। ਤੇ ਅਖੀਰ ਜਿਹੜਾ ਆ ਉਹ ਰਾਜੀਵ ਗਾਂਧੀ ਸਰਕਾਰ ਨੇ ਉਹ ਸਿੱਖ ਸੰਗਤਾਂ ਦੇ ਦਬਾਅ ਦੇ ਥੱਲੇ ਆਣ ਕੇ, ਮੰਗ ਦੇ ਥੱਲੇ ਆਣ ਕੇ ਕਿ ਜੋਧਪੁਰ ਜਿਹੜੇ ਨਜ਼ਰਬੰਦ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ, ਤੇ ਸਰਕਾਰ ਨੇ ਜਿਹੜਾ ਉਹ ਕੇਸ ਵਾਪਸ ਲੈ ਲਿਆ। ਉਸ ਤੋਂ ਇਲਾਵਾ ਮੇਰੇ ਉੱਤੇ ਲਗਭਗ 2 ਦਰਜਨ ਕੇਸ ਹੋਰ ਸੀ, ਜਿਨ੍ਹਾਂ ਵਿੱਚ ਕਤਲਾਂ ਦੇ, ਇਰਾਦਾ ਕਤਲਾਂ ਦੇ, ਬੈਂਕ ਡਕੈਤੀਆਂ ਦੇ, ਬੰਬ ਧਮਾਕਿਆਂ ਦੇ ਤੇ ਹੋਰ ਕਈ ਤਰ੍ਹਾਂ ਦੇ ਕੇਸ ਜਿਹੜੇ ਸੀਗੇ ਮੇਰੇ ਉੱਤੇ ਸਨ। ਤੇ ਇੱਕ ਦਿੱਲੀ ਦਾ ਕੇਸ ਸੀ, ਜਿਹੜਾ CBI ਦਾ ਕੇਸ ਸੀਗਾ, ਹਰਬੰਸ ਮਨਚੰਦਾ ਸੀਗਾ ਜਿਹੜਾ ਇੰਦਰਾ ਗਾਂਧੀ ਦਾ ਖਾਸਮ ਖਾਸ ਸੀ, ਉਹਦਾ ਕਤਲ ਦਾ ਕੇਸ ਸੀ ਮੇਰੇ ਉੱਤੇ। ਤੇ ਜੋਧਪੁਰ ਜੇਲ੍ਹ ਤੋਂ ਮੈਨੂੰ ਸਿੱਧਾ ਜਿਹੜਾ ਤਿਹਾੜ ਜੇਲ੍ਹ ਦਿੱਲੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ, ਮੈਨੂੰ ਤੇ ਸਰਦਾਰ ਅਮਰਜੀਤ ਸਿੰਘ ਚਾਵਲਾ ਜੀ ਨੂੰ। ਉਹ ਕੇਸ ਸਾਡੇ ਉੱਤੇ ਚੱਲਿਆ ਔਰ ਉਸ ਤੋਂ ਬਾਅਦ ਮੈਨੂੰ ਅੰਮ੍ਰਿਤਸਰ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ। ਜਦੋਂ ਅੰਮ੍ਰਿਤਸਰ ਜੇਲ੍ਹ ਵਿੱਚ ਤਬਦੀਲ ਕੀਤਾ ਗਿਆ ਤੇ ਮੇਰੇ ਉੱਤੇ ਪੰਜਾਬ ਸਰਕਾਰ ਨੇ ਰੋਕ ਲਾ ਦਿੱਤੀ ਕਿ ਇਹ ਬਹੁਤ ਖਤਰਨਾਕ ਹੈ, ਇਹਨੂੰ ਬਾਹਰ ਕਿਸੇ ਵੀ ਹਾਲਤ ਵਿੱਚ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਜਾ ਸਕਦਾ, ਇਹਦੇ ਭੱਜ ਜਾਣ ਦਾ ਡਰ ਆ। ਇੱਕ 268 CRPC ਹੁੰਦੀ ਹੈ ਜਿਹੜੀ ਸਰਕਾਰ ਨੂੰ ਤਾਕਤਾਂ ਦਿੰਦੀ ਹੈ ਕਿ ਜਿਹੜਾ ਵੀ ਕੋਈ ਦੋਸ਼ੀ ਜਿਹਨੂੰ ਬਣਾਇਆ ਹੁੰਦਾ ਆ ਕਿ ਉਹਨੂੰ ਜੇਲ੍ਹ ਤੋਂ ਬਾਹਰ ਨਾ ਲਿਆਂਦਾ ਜਾਵੇ ਔਰ ਜੇਲ੍ਹ ਦੇ ਵਿੱਚ ਹੀ ਉਹਦੀ ਅਦਾਲਤ ਲਾਈ ਜਾਵੇ। ਫਿਰ ਜੇਲ੍ਹ ਦੇ ਅੰਦਰ ਹੀ ਮੇਰੇ ਕੇਸ ਚੱਲਦੇ ਰਹੇ ਔਰ 1991 ਦੇ ਵਿੱਚ ਮੇਰੀ ਜਿਹੜੀ ਆ ਮੈਨੂੰ ਸੁਪਰੀਮ ਕੋਰਟ ਤੱਕ ਜਾਣਾ ਪਿਆ। ਜਿਹੜਾ ਮੇਨ ਕੇਸ ਜਿਹੜਾ CBI ਦਾ ਸੀਗਾ, ਹਰਬੰਸ ਮਨਚੰਦੇ ਦਾ, ਦਿੱਲੀ ਵਾਲਾ, ਸੁਪਰੀਮ ਕੋਰਟ 'ਚ ਜਾ ਕੇ ਇੱਕ ਤਰ੍ਹਾਂ ਮੇਰੀ ਜ਼ਮਾਨਤ ਹੋਈ। ਜ਼ਮਾਨਤ ਵੀ ਉਹਨਾਂ ਨੇ ਅਜਿਹੀ ਕੀਤੀ ਕਿ ਆਰਡਰ ਕੀਤੇ ਕਿ ਇਹ ਜਿਹੜੇ ਜ਼ਮਾਨਤੀਏ ਨੇ ਉਹ ਦਿੱਲੀ ਦੇ ਚਾਹੀਦੇ ਨੇ, ਤੇ ਦਿੱਲੀ 'ਚ ਕੋਈ ਰਿਸ਼ਤੇਦਾਰੀ ਨਹੀਂ ਸੀ, ਕੋਈ ਸਾਂਝ ਨਹੀਂ ਸੀ, ਤੇ ਜ਼ਮਾਨਤੀਏ ਲੱਭਣੇ ਬਹੁਤ ਔਖੇ ਹੋ ਗਏ। ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਦਿਨੀ ਅੰਮ੍ਰਿਤਸਰ ਜੇਲ੍ਹ ਦੇ ਵਿੱਚ 57 ਦੇ ਵਿੱਚ ਕੇਸ ਦੇ ਵਿੱਚ ਆਏ ਸੀ। ਇੱਕ ਰਾਤ ਉਹ ਰਹਿ ਕੇ ਗਏ, ਮੈਨੂੰ ਵੀ ਮਿਲੇ ਤੇ ਮੈਨੂੰ ਕਹਿਣ ਲੱਗੇ ਕੋਈ ਸੇਵਾ ਦੱਸੋ। ਤੇ ਮੈਂ ਉਹਨਾਂ ਨੂੰ ਕਿਹਾ ਜੀ ਕੋਈ 2 ਜ਼ਮਾਨਤੀਏ ਚਾਹੀਦੇ ਆ ਤੇ ਉਹ ਜ਼ਮਾਨਤੀਆਂ ਦਾ ਪ੍ਰਬੰਧ ਕਰ ਦਿਓ। ਉਹਨਾਂ ਨੇ ਕਿਹਾ ਕਿ ਆਪਣੇ ਘਰ ਦੇ ਮੇਰੇ ਕੋਲੇ ਭੇਜ ਦੇਣਾ। ਮੈਂ ਘਰ ਦੇ ਆਪਦੇ ਭੇਜਦਾ ਰਿਹਾ, ਉਹਨਾਂ ਕਹਾ ਕਿਸੇ ਨਾ ਕਿਸੇ ਆਪਦੇ ਆਗੂ ਦੀ ਡਿਊਟੀ ਲਾ ਦੇਣੀ। ਉਹਨੇ ਮਹੀਨਾ 1.5 ਮਹੀਨਾ ਚੱਕਰ ਮਰਵਾਉਣੇ, ਉਹਨੇ ਜਵਾਬ ਦੇ ਦੇਣਾ। ਅਖੀਰ 6 ਮਹੀਨੇ ਮਾਨ ਸਾਹਿਬ ਦੀਆਂ ਫੌਜਾਂ ਨੇ ਚੱਕਰ ਮਰਵਾ ਕੇ ਅਖੀਰ ਹੱਥ ਖੜੇ ਕਰਤੇ ਕਿ ਅਸੀਂ ਜ਼ਮਾਨਤ ਨਹੀਂ ਭਰਨੀ ਵਿਰਸਾ ਸਿੰਘ ਬਲਟੋਹਾ ਦੀ। ਫਿਰ ਜਿਹੜਾ ਸੀਗਾ ਸਰਦਾਰ ਕਰਤਾਰ ਸਿੰਘ ਨਾਰੰਗ, ਇੱਕ ਟਰਾਂਜਿਸਟਰ ਬੰਬ ਕਾਂਡ ਹੋਇਆ ਸੀਗਾ 1985 ਦੇ ਵਿੱਚ, ਸ਼ਾਇਦ ਤੁਸੀਂ ਸੁਣਿਆ ਕਿ ਨਹੀਂ ਸੁਣਿਆ, ਬੜਾ ਵੱਡਾ ਕਾਂਡ ਸੀਗਾ, ਪੂਰੀ ਦਿੱਲੀ ਨੂੰ ਹਿਲਾ ਕੇ ਰੱਖ ਦਿੱਤਾ ਸੀਗਾ। 84 ਕਤਲੇਆਮ ਦਾ ਬਦਲਾ ਲੈਣ ਦੀ ਖਾਤਰ ਉਹਨਾਂ ਨੇ ਜਿਹੜੀ ਬੱਬਰ ਖਾਲਸਾ ਦੀ ਜਥੇਬੰਦੀ ਸੀ ਉਹਨਾਂ ਦੇ ਸਹਿਯੋਗ ਦੇ ਨਾਲ ਟਰਾਂਜਿਸਟਰ ਬੰਬ ਕਾਂਡ ਉੱਥੇ ਦਿੱਲੀ ਦੇ ਵਿੱਚ ਵੱਖ-ਵੱਖ ਥਾਵਾਂ ਤੇ ਹੋਏ ਸੀ। ਉਹਦੇ ਦੋਸ਼ੀ ਸਨ ਸਰਦਾਰ ਕਰਤਾਰ ਸਿੰਘ ਨਾਰੰਗ।
ਸਰਦਾਰ ਕਰਤਾਰ ਸਿੰਘ ਨਾਰੰਗ ਨੇ ਜ਼ਮਾਨਤ ਦਿੱਤੀ। ਉਹਨਾਂ ਦੇ ਨਾਲ ਦੂਸਰੇ ਦੋਸ਼ੀ ਸੀ ਸਰਦਾਰ ਮਹਿੰਦਰ ਸਿੰਘ ਵਰਾਏ, ਉਹਨਾਂ ਨੇ ਦੋ ਜਣਿਆਂ ਨੇ ਮੇਰੀ ਜ਼ਮਾਨਤ ਦਿੱਤੀ। ਜਦੋਂ ਜ਼ਮਾਨਤ ਦਿੱਤੀ ਤੇ ਸੀਬੀਆਈ ਕਹੇ ਵੀ ਜਿਹੜੇ ਜ਼ਮਾਨਤੀ ਇਹਦੇ ਆਪ ਦੋਸ਼ੀ ਨੇ, ਪਰ ਉਹ ਮੇਰੀ ਕਿਸਮਤ ਨੂੰ ਚੰਗਾ ਸੀਗਾ ਕਿ ਜਿਹੜੇ ਉਹਨੇ ਦਿਨੀ ਜਿਹੜੇ ਸੈਸ਼ਨ ਕੋਰਟ ਦੇ ਵਿੱਚ ਜੱਜ ਸੀਗੇ ਉਹ ਇੱਕ ਸਿੱਖ ਸੀਗੇ, ਉਹਨਾਂ ਨੇ ਜਦ ਸੀਬੀਆਈ ਦੀ ਸੁਣੀ ਤੇ ਦੋਨਾਂ ਦੀਆਂ ਜ਼ਮਾਨਤਾਂ ਜਿਹੜੀਆਂ ਮਨਜ਼ੂਰ ਕਰ ਲਈਆਂ ਤੇ ਮੈਨੂੰ ਜਿਹੜਾ ਆ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦਾ ਸਬੱਬ ਬਣ ਗਿਆ। ਔਰ ਮੈਂ 7.25 ਸਾਲ ਬਾਅਦ ਪਹਿਲੀ ਵਾਰ ਰਿਹਾ ਹੋਇਆ। ਉਸ ਤੋਂ ਬਾਅਦ ਮੈਨੂੰ ਫਿਰ ਫੜ ਲਿਆ ਗਿਆ, ਫਿਰ ਮੇਰੇ ਤੇ ਐਨਐਸ ਲਾ ਦਿੱਤੀ ਗਈ। ਉਸ ਤੋਂ ਬਾਅਦ ਰਿਹਾ ਹੋਣ ਤੋਂ ਬਾਅਦ ਫਿਰ ਮੇਰੇ ਤੇ ਕੇਸ ਪਾ ਦਿੱਤੇ ਗਏ। ਲਗਭਗ ਜਿਹੜਾ ਆ 9 ਸਾਲ ਦੇ ਲਗਭਗ ਮੈਨੂੰ ਜਿਹੜੀ ਆ ਜੇਲ੍ਹ ਕੱਟਣੀ ਪਈ। ਔਰ ਇਸ ਤੋਂ ਇਲਾਵਾ ਜਿਹੜੀ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਜੋਧਪੁਰ ਜੇਲ੍ਹ ਦੇ ਵਿੱਚ ਜਦੋਂ ਇੱਕ ਬਿਰਸਾ ਜੀ, ਜਦੋਂ ਫੌਜ ਵੱਲੋਂ ਅਕਾਲ ਤਖਤ ਸਾਹਿਬ ਤੇ ਅਟੈਕ ਕੀਤਾ ਗਿਆ, ਤੁਸੀਂ ਨੇ ਦੇਖਿਆ, ਤੁਸੀਂ ਕਾਫੀ ਨੇੜੇ ਦੀ ਤੁਹਾਡਾ ਮੋਰਚਾ, ਟੈਂਕੀ ਦਾ ਮੋਰਚਾ ਜਿਹੜਾ, ਕਿਸ ਤਰ੍ਹਾਂ ਦਾ ਹਮਲਾ ਸੀ, ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਸੀ ਉਸ ਸਮੇਂ? ਦੇਖੋ, ਮੇਰਾ ਖਿਆਲ ਹੈ ਕਿ ਤੁਸੀਂ ਫਿਲਮਾਂ ਦੇ ਵਿੱਚ ਲੜਾਈ ਦੇਖੀ ਹੋਣੀ ਆ, ਜਿਹੜੀ ਆਮੋ ਸਾਹਮਣੇ ਹੁੰਦੀ ਆ, ਟੈਂਕਾਂ ਤੇ ਤੋਪਾਂ ਦੀ ਹੁੰਦੀ ਆ ਜਾਂ ਦੋ ਧਿਰਾਂ ਆਮੋ ਸਾਹਮਣੇ ਲੜਦੀਆਂ ਨੇ, ਉਹਦੇ ਤੋਂ ਵੀ ਜਿਹੜਾ ਭਿਆਨਕ ਸੀਨ ਸੀਗਾ ਉਹ ਆਮ ਕਰਕੇ ਜਿਹੜੀਆਂ ਦੋ ਦੇਸ਼ਾਂ ਦੀਆਂ ਫੌਜਾਂ ਲੜਦੀਆਂ ਨੇ, ਦੋਨਾਂ ਕੋਲੇ ਲਗਭਗ ਬਰਾਬਰ ਦੇ ਹਥਿਆਰ ਹੁੰਦੇ ਨੇ, ਪਰ ਇੱਥੇ ਬਰਾਬਰ ਦੇ ਹਥਿਆਰ ਨਹੀਂ, ਨਾਮ ਮਾਤਰ ਹਥਿਆਰ ਸੀਗੇ ਸਿੰਘਾਂ ਕੋਲੇ, ਪਰ ਜਜ਼ਬਾ ਬਹੁਤ ਵੱਡਾ ਸੀ, ਜੋਸ਼ ਬਹੁਤ ਵੱਡਾ ਸੀਗਾ। ਸ਼੍ਰੀ ਹਰਿਮੰਦਰ ਦੀ ਪਵਿੱਤਰਤਾ ਦੀ ਖਾਤਰ ਲੜ ਰਹੇ ਸੀ, ਸਿੱਖ ਕੌਮ ਦੇ ਆਣ ਤੇ ਸ਼ਾਨ ਲਈ ਲੜ ਰਹੇ ਸੀ। ਇਸ ਕਰਕੇ ਜਿਹੜਾ ਆ ਟੈਂਕਾਂ ਤੇ ਤੋਪਾਂ ਦੀ ਵੀ ਬੇਵਸੀ ਜਿਹੜੀ ਸਿੰਘਾਂ ਨੇ ਬਣਾ ਛੱਡੀ। ਔਰ ਕਿਉਂਕਿ ਸਾਡਾ ਮੋਰਚਾ ਬਿਲਕੁਲ ਦੂਸਰੇ ਪਾਸੇ ਸੀ, ਜਿਹੜੀ ਗੁਰੂ ਰਾਮਦਾਸ ਰਾਹ ਆ, ਜਿਹੜੀ ਪਾਣੀ ਵਾਲੀ ਟੈਂਕੀ ਆ, ਔਰ ਸ਼੍ਰੀ ਅਕਾਲ ਤਖਤ ਸਾਹਿਬ ਦੂਸਰੇ ਪਾਸੇ ਸੀ, ਪਰ ਪਤਾ ਲੱਗਦਾ ਸੀ ਵੀ ਕੀ ਕੁਛ ਵਾਪਰਿਆ, ਕੀ ਕੁਛ ਬੀਤ ਰਿਹਾ ਹੈ। ਤੁਹਾਡੀ ਸੰਤ ਜਰਨੈਲ ਸਿੰਘ ਭਿੰਡਰਾਂ ਨਾਲ ਵੀ ਉਸ ਸਮੇਂ ਮੂਵਮੈਂਟ ਦੇ ਵਿੱਚ ਕੋਈ ਮੁਲਾਕਾਤ ਤੁਹਾਡੀ ਹੋਈ ਹੋਣੀ ਆ ਕੋਈ? ਦੇਖੋ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨਾਲ ਇਹ ਮੇਰੀ ਖੁਸ਼ਕਿਸਮਤੀ ਹੈ। ਮੈਂ ਆਪਣੇ ਆਪ ਨੂੰ ਬਹੁਤ ਭਾਗਾਂ ਵਾਲਾ ਸਮਝਦਾ ਹਾਂ ਕਿ ਉਹਨਾਂ ਦੀ ਜਿਹੜੀ ਗਲਵੱਕੜੀ ਉਹਦਾ ਵੀ ਆਨੰਦ ਮਾਣਨ ਦਾ ਮੌਕਾ ਮਿਲਿਆ, ਉਹਨਾਂ ਦਾ ਥਾਪੜਾ ਲੈਣ ਦਾ ਮੌਕਾ ਮਿਲਿਆ, ਉਹਨਾਂ ਦੀ ਖੁਸ਼ੀਆਂ ਲੈਣ ਦਾ ਮੌਕਾ ਮਿਲਿਆ। ਔਰ ਲਗਭਗ ਰੋਜ਼ਾਨਾ ਹੀ ਉਹਨਾਂ ਦੇ ਉੱਥੇ ਦਰਸ਼ਨ ਕਰ ਲਈਦੇ ਸੀ, ਕਿਉਂਕਿ ਜਿਹੜਾ ਮੋਰਚਾ ਲੱਗਾ ਸੀ, ਜਿਹੜਾ ਧਰਮ ਯੁੱਧ ਮੋਰਚਾ ਸ਼ੁਰੂ ਹੋਇਆ ਸੀ, ਜਿਹੜਾ ਸਭ ਤੋਂ ਪਹਿਲਾਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਭਾਈ ਅਮਰੀਕ ਸਿੰਘ ਤੇ ਬਾਬਾ ਥਾਰਾ ਸਿੰਘ ਦੀ ਰਿਹਾਈ ਵਾਸਤੇ ਸ਼ੁਰੂ ਕੀਤਾ ਸੀਗਾ। ਦੇ ਵਿੱਚ ਦਮਦਮੇ ਟਕਸਾਲ ਤੋਂ ਇਲਾਵਾ ਜਿਹੜਾ ਮੁੱਖ ਰੋਲ ਸੀਗਾ ਉਹ ਆਲ ਇੰਡੀਆ ਸਿੱਖ ਫੈਡਰੇਸ਼ਨ ਦਾ ਸੀਗਾ, ਕਿਉਂਕਿ ਆਲ ਇੰਡੀਆ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਜੀ ਸਨ, ਜਿਨ੍ਹਾਂ ਨੂੰ ਜੇਲ੍ਹ ਦੇ ਵਿੱਚ ਉਸ ਸਮੇਂ ਦੀ ਸਰਕਾਰ ਹੈ, ਕਾਂਗਰਸ ਦੀ ਸਰਕਾਰ ਸੀ, ਉਹਨਾਂ ਨੇ ਸੁੱਟ ਦਿੱਤਾ ਸੀਗਾ ਤੇ ਆਪਣਾ ਰੋਲ ਅਦਾ ਕਰ ਰਹੀ ਸੀ। ਤੇ ਉਸੇ ਕਰਕੇ ਇੱਕ ਫੈਡਰੇਸ਼ਨ ਆਗੂ ਹੋਣ ਕਰਕੇ ਮੈਨੂੰ ਵੀ ਮੇਰੀਆਂ ਵੀ ਡਿਊਟੀਆਂ ਲੱਗਦੀਆਂ ਰਹੀਆਂ, ਔਰ ਦਰਬਾਰ ਸਾਹਿਬ ਦੇ ਅੰਦਰ ਹੀ ਅਸੀਂ ਰਹਿੰਦੇ ਸੀਗੇ ਤੇ ਦਰਬਾਰ ਸਾਹਿਬ ਦੇ ਅੰਦਰ ਰਹਿੰਦਿਆਂ ਕਰਕੇ ਹੀ ਲਗਭਗ ਰੋਜ਼ਾਨਾ ਹੀ ਹੋ ਸਕਦਾ ਕਿ 2 ਟਾਈਮ ਦਰਸ਼ਨ ਕਰ ਲਏ ਹੁੰਦੇ ਤੇ ਇੱਕ ਟਾਈਮ ਤਾਂ ਪੱਕਾ ਹੁੰਦਾ ਸੀ ਕਿ ਦਰਸ਼ਨ ਕਰਨੇ ਹੀ ਕਰਨੇ ਆ। ਔਰ ਇੱਥੋਂ ਤੱਕ ਸੀਗੇ ਉਸ ਸਮਾਂ ਜਿਹੜਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਦੇ ਰਾਤ ਦੇ ਪਹਿਰੇ ਵੀ ਜਿਹੜੇ ਆ ਉਹ ਫੈਡਰੇਸ਼ਨ ਦੇ ਲੱਗਦੇ ਰਹੇ, ਕਿ ਫੈਡਰੇਸ਼ਨ ਜਿਹੜੀ ਆ ਉਹਨਾਂ ਦੇ ਜਿਹੜਾ ਮੁੱਖ ਰੂਪ ਚ ਪਹਿਰਾ ਜਿਹੜਾ ਆ ਉਹ ਫੈਡਰੇਸ਼ਨ ਦੇ ਵਰਕਰ ਦੇਣਗੇ, ਤੇ ਜਿਨ੍ਹਾਂ ਦੇ ਵਿੱਚੋਂ ਮੈਨੂੰ ਵੀ ਉਸ ਪਹਿਰੇ ਦੀ ਜਿਹੜੀ ਆ ਡਿਊਟੀ ਨਿਭਾਉਣ ਦਾ ਮੌਕਾ ਮਿਲਦਾ ਰਿਹਾ। ਜੀ ਵਿਰਸਾ ਜੀ, ਜਦੋਂ ਤੁਹਾਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ, ਕਿਸ ਤਰ੍ਹਾਂ ਦਾ ਟੌਰਚਰ ਕੀਤਾ ਜਾਂਦਾ ਸੀ ਪੁਲਿਸ ਵੱਲੋਂ ਜਾਂ ਫੋਰਸ ਵੱਲੋਂ? ਮੇਰਾ ਖਿਆਲ ਹੈ ਕਿ ਜਿੰਨੇ ਵੀ ਟੌਰਚਰ ਦੇ ਤਰੀਕੇ ਨੇ, ਤਸ਼ੱਦਦ ਦੇ ਤਰੀਕੇ ਨੇ, ਉਹ ਸਾਰੇ ਜਿਹੜੇ ਬੜੇ ਪ੍ਰਚਲਿਤ ਨੇ, ਖਾਸ ਕਰਕੇ ਜਿਹੜੇ ਜਿਹਨੂੰ ਕਹਿੰਦੇ ਚੱਡੇ ਪਾੜਨਾ, ਘੋਟਣਾ ਲਾਉਣਾ, ਪੁੱਠਾ ਲਟਕਾਉਣਾ, ਅਜਿਹੇ ਜਿਹੜੇ ਤਸ਼ੱਦਦ ਜਿਹੜੇ ਸੀਗੇ ਉਹ ਕੀਤੇ ਜਾਂਦੇ ਸੀ। ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਜੋਧਪੁਰ ਜੇਲ੍ਹ ਦੇ ਵਿੱਚ ਸਭ ਤੋਂ ਪਹਿਲਾਂ ਸਾਨੂੰ 9 ਸਿੰਘਾਂ ਨੂੰ ਭੇਜਿਆ ਗਿਆ ਤੇ 9 ਸਿੰਘਾਂ ਨੂੰ ਇਸ ਤਰੀਕੇ ਨਾਲ ਰੱਖਿਆ ਗਿਆ ਕਿ ਬੇੜੀਆਂ ਲਾ ਕੇ ਇਸ ਤਰੀਕੇ ਨਾਲ ਰੱਖਿਆ ਗਿਆ ਕਿ ਕਿਸੇ ਨੂੰ ਇਹ ਨਾ ਸ਼ੋ ਹੋਵੇ ਕਿ ਦੂਸਰਾ ਇਹਦੇ ਨਾਲ ਦਾ ਵੀ ਕੋਈ ਇੱਥੇ ਹੈਗਾ। ਔਰ ਜਿਹੜੇ ਉੱਥੋਂ ਦੇ ਅਧਿਕਾਰੀ ਸੀ ਉਹਨਾਂ ਨੇ ਕਹਿਣਾ ਤੁਸੀਂ ਇਕੱਲੇ ਜੇ। ਔਰ ਇੱਥੋਂ ਤੱਕ ਕਿ ਇੰਦਰਾ ਗਾਂਧੀ ਦਾ ਕਤਲ ਜਿਹੜਾ 31 ਅਕਤੂਬਰ 1984 ਨੂੰ ਹੁੰਦਾ ਹੈ, ਔਰ ਸਾਡੀ ਰੋਜ਼ ਦੀਆਂ ਅਰਦਾਸਾਂ ਇਹੀ ਹੁੰਦੀਆਂ ਸੀ ਕਿ ਸੱਚੇ ਪਾਤਸ਼ਾਹ ਇਸ ਪਾਪਰ ਨੂੰ ਸਜ਼ਾ ਦੇ। ਮੇਰੇ ਵਰਗਿਆਂ ਦੀਆਂ ਜਾਂ ਹੋਰ ਸਮੁੱਚੇ ਸਿੱਖ ਜਗ ਦੀਆਂ ਅਰਦਾਸਾਂ ਸੀ ਕਿ ਇਹ ਜਿਹੜਾ ਪਾਪਰ ਨੇ ਗੁਨਾਹ ਕੀਤਾ ਇੰਦਰਾ ਗਾਂਧੀ ਨੇ, ਇਹਨੂੰ ਸਜ਼ਾ ਦੇ।
ਔਰ ਉਹਨੂੰ ਸਜ਼ਾ ਮਿਲੀ 31 ਅਕਤੂਬਰ 1984 ਨੂੰ। ਤੁਸੀਂ ਕੁਲਦੀਪ ਜੀ ਹੈਰਾਨ ਹੋ ਜਾਓਗੇ ਕਿ ਹਿੰਦੁਸਤਾਨ ਦੇ ਅੰਦਰ ਰਹਿੰਦਿਆਂ ਹੋਇਆ, ਹਿੰਦੁਸਤਾਨ ਦੀ ਜੇਲ੍ਹ ਵਿੱਚ ਰਹਿੰਦਿਆਂ ਹੋਇਆ, ਮੈਨੂੰ ਸਵਾ ਮਹੀਨੇ ਬਾਅਦ 6 ਦਸੰਬਰ 1984 ਨੂੰ ਪਤਾ ਲੱਗਾ। ਉਹ ਵੀ ਕਿਵੇਂ ਪਤਾ ਲੱਗਾ ਕਿ ਜੇਲ੍ਹ ਦੇ ਬਾਹਰ, ਕਿਉਂਕਿ ਇਲੈਕਸ਼ਨ ਅਨਾਉਂਸ ਹੋ ਗਈ ਸੀ ਤੇ ਜੇਲ੍ਹ ਦੇ ਬਾਹਰ ਕਿਤੇ ਕਾਂਗਰਸ ਦਾ ਨੇੜੇ ਕਿਤੇ ਦਫ਼ਤਰ ਸੀ, ਉਹਦੇ ਉੱਤੇ ਸਪੀਕਰ ਦੀਆਂ ਆਵਾਜ਼ਾਂ ਆਉਂਦੀਆਂ ਹੁੰਦੀਆਂ ਸੀ ਤੇ ਸਪੀਕਰ ਦੀਆਂ ਆਵਾਜ਼ਾਂ ਦੇ ਵਿੱਚ ਇਹ ਆਉਣਾ ਕਿ ਜਿੱਥੇ ਉਹਨਾਂ ਵੋਟਾਂ ਮੰਗਣੀਆਂ ਉੱਥੇ ਨਾਲ ਹੀ ਕਹਿਣਾ ਕਿ ਜਦ ਤੱਕ ਸੂਰਜ ਚਾਂਦ ਰਹੇਗਾ ਇੰਦਰਾ ਮਾਂ ਤੇਰਾ ਨਾਮ ਰਹੇਗਾ। ਤੇ ਮੇਰੇ ਦਿਮਾਗ 'ਚ ਆਈ ਕਿ ਜਿਹੜਾ ਇਹ ਨਾਰਾ ਆਇਆ ਇਹ ਤਾਂ ਮਰਨ ਤੋਂ ਬਾਅਦ ਲੱਗਦਾ ਹੈ। ਉੱਥੇ ਕੁਦਰਤੀ ਸਾਡੇ ਉੱਤੇ ਜ਼ਿਆਦਾ ਡਿਊਟੀ ਇੱਕ ਨੇਤ ਸਿੰਘ ਸੀਗਾ, ਰਾਜਪੂਤ ਮੁੰਡਾ ਸੀਗਾ ਵਾਰਡਨ, ਉਹ ਜ਼ਿਆਦਾ ਆਉਂਦਾ ਹੁੰਦਾ ਸੀ। ਭਾਵੇਂ ਕਿ ਉਦੋਂ ਬੜੀ ਕਰਤਨ ਸੀ ਦੋਨਾਂ ਫਿਰਕਿਆਂ ਦੇ ਵਿੱਚ, ਤੇ ਖਾਸ ਕਰਕੇ ਜਿਹੜੇ ਦੂਸਰੇ ਸੂਬੇ ਦੇ ਲੋਕ ਹੋਣ ਉਹਨਾਂ ਦੇ ਮਨਾਂ 'ਚ ਤਾਂ ਸਿੱਖਾਂ ਪ੍ਰਤੀ ਬਹੁਤ ਜ਼ਿਆਦਾ ਜ਼ਹਿਰ ਸੀ, ਪਰ ਕਿਉਂਕਿ ਰੋਜ਼ਾਨਾ ਡਿਊਟੀ ਤੇ ਲਗਭਗ ਉਹ ਜ਼ਿਆਦਾ ਡਿਊਟੀ ਤੇ ਆਉਂਦਾ ਹੁੰਦਾ ਸੀ ਤੇ ਕੁਦਰਤੀ ਆਪਣਤ ਬਣ ਜਾਂਦੀ ਹੈ। ਉਹਨੂੰ ਮੈਂ ਪੁੱਛਿਆ, ਨੇਤ ਸਿੰਘ ਕੀ ਗੱਲ ਚੋਣਾਂ ਕਿਉਂ ਆ ਗਈਆਂ? ਉਹ ਕਹਿੰਦੇ ਚੋਣਾਂ ਤੇ ਆਉਣੀਆਂ ਸੀਗੀਆਂ ਜੀ। ਉਹਨੇ ਹਿੰਦੀ 'ਚ ਗੱਲ ਕੀਤੀ। ਮੈਂ ਕਿਹਾ ਕਿਉਂ? ਕਿਉਂਕਿ ਕਹਿੰਦਾ ਇੰਦਰਾ ਜੀ ਦਾ ਕਤਲ ਜੋ ਹੋ ਗਿਆ था। ਜਦੋਂ ਉਹਨੇ ਕਤਲ ਸ਼ਬਦ ਵਰਤਿਆ ਤੇ ਮੈਨੂੰ ਝਰਨਾਹਟ ਜੀ ਛਿੜੀ। ਫਿਰ ਮੈਂ ਉਹਨੂੰ ਡਿਟੇਲ ਨਾਲ ਪੁੱਛਿਆ ਤੇ ਉਹਨੇ ਮੈਨੂੰ ਦੱਸਿਆ ਕਿ ਇਹ ਤੁਹਾਡੇ ਸਿੱਖ ਸਰਦਾਰਾਂ ਨੇ ਜਿਹੜੇ ਉਹਦੇ ਬੋਡੀਗਾਰਡ ਸੀ ਉਹਨਾਂ ਨੇ ਮਾਰਿਆ। ਔਰ ਮੈਂ ਕੁਲਦੀਪ ਜੀ ਪੰਜਾਬ ਦੀ ਵਿਧਾਨ ਸਭਾ 'ਚ ਬੋਲਦੇ ਹੋਇਆ ਇਹ ਗੱਲ ਕੀਤੀ ਸੀ ਕਿ ਕਿਸੇ ਮਨੁੱਖ ਨੂੰ ਪੁੱਛ ਲਓ ਕਿ ਤੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਕਿਹੜੀ? ਕੋਈ ਦੱਸਦਾ ਕਿ ਜਦੋਂ ਮੈਨੂੰ ਆਹ ਪ੍ਰਾਪਤੀ ਹੋਈ ਸੀ, ਇਸ ਕਰਕੇ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਹੈ। ਕੋਈ ਵਿਆਹ ਦੀ ਗੱਲ ਕਰਦਾ ਹੈ, ਕੋਈ ਮੇਰੇ ਘਰੇ ਪੁੱਤ ਜੰਮਿਆ ਸੀ, ਮੇਰੇ ਘਰੇ ਬੱਚਾ ਪੈਦਾ ਹੋਇਆ ਸੀ, ਜਾਂ ਮੈਨੂੰ ਸਰਕਾਰੀ ਨੌਕਰੀ ਮਿਲੀ ਸੀ, ਜਾਂ ਕੋਈ ਹੋਰ ਆਪਣੀ ਇੱਕ ਵੱਖਰੀ ਤਰ੍ਹਾਂ ਦੀ ਗੱਲ ਕਰਕੇ ਦੱਸਦਾ ਕਿ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਇਹ ਹੈ। ਤੇ ਮੈਂ ਪੰਜਾਬ ਦੀ ਵਿਧਾਨ ਸਭਾ 'ਚ ਕਿਹਾ ਸੀ ਕਿ ਮੈਨੂੰ ਰੱਬ ਨੇ ਧਰਮ ਸੁਪਤਨੀ ਵੀ ਜਿਸ ਤਰ੍ਹਾਂ ਦੀ ਮੈਂ ਚਾਹੁੰਦਾ ਸੀ ਉਹ ਮੈਨੂੰ ਦਿੱਤੀ ਹੈ, ਔਰ ਰੱਬ ਨੇ ਮੇਰੇ ਘਰੇ ਬੇਟਾ ਵੀ ਜੋ ਮੈਂ ਜਿਸ ਤਰ੍ਹਾਂ ਦਾ ਚਾਹੁੰਦਾ ਸੀ ਮੈਨੂੰ ਦਿੱਤਾ ਹੈ। ਔਰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ 117 ਲੋਕਾਂ ਦੇ ਵਿੱਚ ਮੈਨੂੰ ਐਮਐਲਏ ਚੁਣ ਕੇ ਪੰਜਾਬ ਦੇ ਲੋਕਾਂ ਨੇ ਭੇਜਿਆ ਹੈ। ਖੁਸ਼ੀਆਂ ਦਿੱਤੀਆਂ ਨੇ, ਪਰ ਜੇ ਮੈਨੂੰ ਕੋਈ ਪੁੱਛੇ ਕਿ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਕਿਹੜੀ ਹੈ, ਮੈਂ ਕਿਹਾ ਉਹ ਪਲ ਸੀ ਜਦੋਂ ਮੈਨੂੰ ਇੰਦਰਾ ਗਾਂਧੀ ਦੇ ਕਤਲ ਦਾ ਪਤਾ ਲੱਗਾ। ਭਾਵੇਂ ਕਿ ਉਸ ਸਮੇਂ ਕਾਂਗਰਸ ਨੇ ਵਿਰਸਾ ਜੀ ਇੱਕ ਅੰਤਰਰਾਸ਼ਟਰੀ ਕਾਨੂੰਨ ਬਣਿਆ ਹੋਇਆ, ਜਦੋਂ ਇੱਕ ਅੰਤਰਰਾਸ਼ਟਰੀ ਕਾਨੂੰਨ ਬਣਿਆ ਹੋਇਆ 25 ਸਾਲ ਦਾ, ਵੀ ਜਦੋਂ ਜਿਸ ਤਰ੍ਹਾਂ ਕੁੱਲੂਕਾਰਾ ਇਹ ਵਾਪਰਿਆ, ਇਹ ਬਲੂ ਸਟਾਰ ਆਪਰੇਸ਼ਨ ਬਲੂ ਸਟਾਰ, ਤਾਂ ਉਹਦੇ ਜਿਹੜੇ ਤੱਥ ਜਿਹੜੇ ਜਨਤਕ ਕਰਨੇ ਹੁੰਦੇ ਨੇ, ਤੁਹਾਡੀ ਬੀਜੇਪੀ ਦੇ ਵਿੱਚ ਤੁਹਾਡੀ ਨੇੜਤਾ ਵੀ, ਤੁਹਾਡੀ ਗੱਠਜੋੜ ਆ ਬੀਜੇਪੀ ਦੇ ਨਾਲ, ਤੱਥ ਕਿਉਂ ਨਹੀਂ ਉਜਾਗਰ ਕੀਤੇ ਗਏ ਹੁਣ ਤੱਕ ਆਪਰੇਸ਼ਨ ਬਲੂ ਸਟਾਰ ਦੇ? ਦੇਖੋ ਮੇਰਾ ਖਿਆਲ ਹੈ ਕਿ ਤੱਥ ਤਾਂ ਕੋਈ ਉਹਲੇ ਹੈ ਹੀ ਨਹੀਂ, ਲਗਭਗ ਤੱਥ ਸਾਰੇ ਬਾਹਰ ਨੇ। ਕਿਸ ਤਰ੍ਹਾਂ ਸ਼ਾਸਤਰ ਰਚੀਆਂ ਗਈਆਂ, ਕਿਵੇਂ ਕੇਵਲ ਤੇ ਕੇਵਲ ਲੋਕ ਸਭਾ ਚੋਣਾਂ ਦੀ ਜਿੱਤਣ ਦੀ ਖਾਤਰ ਸਿੱਖਾਂ ਨੂੰ ਟਾਰਗੇਟ ਕੀਤਾ ਗਿਆ, ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ, ਸਿੱਖਾਂ ਨੂੰ ਇੱਕ ਹਊਏ ਦੇ ਤੌਰ ਤੇ ਦੇਸ਼ ਦੇ ਅੰਦਰ ਬਹੁ ਗਿਣਤੀ ਦੇ ਵਿੱਚ ਪੇਸ਼ ਕਰਕੇ ਇੰਦਰਾ ਗਾਂਧੀ ਉਹਦੇ ਵਿੱਚ ਉਹਨੇ ਕਾਮਯਾਬੀ ਹਾਸਲ ਕੀਤੀ ਕਿ ਭਾਵੇਂ ਕਿ ਬਾਅਦ 'ਚ ਉਹਨੂੰ ਵੀ ਖਮਿਆਜਾ ਭੁਗਤਣਾ ਪਿਆ, ਦੇਸ਼ ਨੂੰ ਵੀ ਖਮਿਆਜਾ ਭੁਗਤਣਾ ਪਿਆ। ਪਰ ਮੇਰਾ ਖਿਆਲ ਹੈ ਕਿ ਜੇ ਕੋਈ ਅੰਤਰਰਾਸ਼ਟਰੀ ਕਾਨੂੰਨ ਹੈ, ਜੇ ਹਿੰਦੁਸਤਾਨ ਤੇ ਵੀ ਲਾਗੂ ਹੁੰਦਾ ਤੇ ਜਿਹੜੀ ਵੀ ਕੋਈ ਸਰਕਾਰ ਹੈ, ਚਾਹੇ ਮੋਦੀ ਸਾਹਿਬ ਦੀ ਸਰਕਾਰ ਹੈ, ਉਹਨਾਂ ਨੂੰ ਜਿਹੜੇ ਡਾਕੂਮੈਂਟ ਹੈ ਜਨਤਕ ਕਰਨੇ ਚਾਹੀਦੇ ਹੈ, ਕਿਉਂਕਿ ਉਹਨਾਂ ਨੂੰ ਤਾਂ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ, ਕਿਉਂਕਿ ਉਹਦੇ ਵਾਸਤੇ ਦੋਸ਼ੀ ਜਿਹੜੀ ਹੈਗੀ ਸੀ ਉਹ ਕਾਂਗਰਸ ਪਾਰਟੀ ਸੀ, ਔਰ ਖਾਸ ਕਰਕੇ ਇੰਦਰਾ ਗਾਂਧੀ ਸੀ। ਉਹਨਾਂ ਨੂੰ ਜਨਤਕ ਕਰਨ 'ਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ, ਔਰ ਕਰਨੇ ਚਾਹੀਦੇ। ਬੀਜੇਪੀ ਦੇ ਇੱਕ ਮੰਤਰੀ ਨੇ, ਮੇਰੇ ਲਵੇ ਸਵਾਲ ਹੈ, ਇੱਕ LK ਅਡਵਾਨੀ, ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਸੀ ਜੋ ਅਟੈਕ ਜਿਹੜਾ ਇੰਦਰਾ ਗਾਂਧੀ ਨੇ ਕਰਵਾਇਆ ਸੀ ਇਹ ਸਰਕਾਰ ਨੇ, ਉਸ ਸਮੇਂ ਦੀ ਹਕੂਮਤ ਨੇ, ਵੀ ਇਹ ਸਹੀ ਕੀਤਾ। ਉਹਨਾਂ ਨੇ ਕਿਤਾਬ ਦੇ ਵਿੱਚ ਲਿਖਿਆ, ਬੀਜੇਪੀ ਦੇ ਮੰਤਰੀ ਵੀ ਰਹੇ ਨੇ ਉਹ LK ਅਡਵਾਨੀ। ਦੇਖੋ ਚਾਹੇ ਕੋਈ LK ਅਡਵਾਨੀ ਹੋਵੇ, ਜਿਨੇ ਵੀ ਸਿੱਖਾਂ ਦੇ ਵਿਰੁੱਧ ਗੱਲ ਕੀਤੀ ਹੈ, ਉਹਦੇ ਨਾਲ ਸਿੱਖਾਂ ਦੀ ਕੋਈ ਸਾਂਝ ਨਹੀਂ। ਸਿੱਖ ਸਿੱਖਾਂ ਦੇ ਵਿਰੋਧ 'ਚ ਖੜੇ ਹੋਣ ਵਾਲੇ ਹਰੇਕ ਵਿਅਕਤੀ ਇਹਨੂੰ ਆਪਣਾ ਵਿਰੋਧੀ ਗਰਦਾਨਦੇ ਹੈ। ਤੇ ਜੇ ਅਡਵਾਨੀ ਨੇ ਵੀ ਕੋਈ ਅਜਿਹੀ ਗੱਲ ਕੀਤੀ ਹੈ ਤੇ ਉਹਨੇ ਮਾੜੀ ਕੀਤੀ ਹੈ। ਉਸ ਸਮੇਂ ਤੇ ਪੂਰਾ ਹਿੰਦੁਸਤਾਨ ਹੀ ਜਿਹੜਾ ਆ, ਜਿੰਨੀਆਂ ਪਾਰਟੀਆਂ ਸੀ, ਚਾਹੇ ਉਹ ਕਾਮਰੇਡ ਸੀਗੇ, ਕਾਮਰੇਡ ਵੱਧ ਤੋਂ ਵੱਧ ਬੋਲਦੇ ਸੀ, ਹਰਕਿਸ਼ਨ ਸਰਜੀਤ ਵਰਗੇ ਵੱਧ ਤੋਂ ਵੱਧ ਬੋਲਦੇ ਸੀਗੇ ਕਿ ਇਹਨਾਂ ਨੂੰ ਕੁਚਲ ਦੇਣਾ ਚਾਹੀਦਾ ਹੈ, ਇਹਨਾਂ ਨੂੰ ਦਬਾ ਦੇਣਾ ਚਾਹੀਦਾ ਹੈ, ਇਹਨਾਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਤੇ ਹਰਕਿਸ਼ਨ ਸਰਜੀਤ ਜਿਹੜਾ ਆ ਹੈ ਵੀ ਸਿੱਖ ਸੀਗਾ। ਇਸੇ ਤਰ੍ਹਾਂ ਹੋਰ ਜਿਹੜੇ ਵੱਡੀਆਂ ਪਾਰਟੀਆਂ ਦੇ ਵੱਡੇ ਆਗੂ ਸੀ ਵੱਖ-ਵੱਖ ਪਾਰਟੀਆਂ ਦੇ, ਉਹ ਸਾਰੇ ਉਸ ਸਮੇਂ ਸਟੇਟ ਬਿਆਨ ਹੀ ਹੁੰਦਾ ਸੀਗਾ ਕਿ ਭਿੰਡਰਾਂ ਵਾਲਾ ਅੱਤਵਾਦੀ ਹੈ, ਹਿੰਦੁਸਤਾਨ ਨੂੰ ਇਹ ਤੋਂ ਖਤਰਾ ਆ, ਇਹ ਵੱਖਵਾਦੀ ਹੈ,
ਇਹਨੂੰ ਤੇ ਇਹਦੇ ਸਾਥੀਆਂ ਨੂੰ ਜਿਹੜਾ ਆ ਖਤਮ ਕਰ ਦੇਣਾ ਚਾਹੀਦਾ, ਇਹਨਾਂ ਦੇ ਉੱਤੇ ਹਮਲਾ ਕਰਨਾ ਚਾਹੀਦਾ, ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨਾ ਚਾਹੀਦਾ। ਇਹ ਤੇ ਲਗਭਗ ਮੇਰਾ ਖਿਆਲ ਹੈ ਕਿ ਕੋਈ ਵਿਰਲੀ ਪਾਰਟੀ ਹੋ ਜਾਂ ਵਿਰਲਾ ਹੀ ਆਗੂ ਹੋਗਾ ਜਿਹੜਾ ਜਿਹੀ ਮੰਗ ਨਹੀਂ ਸੀ ਕਰਦਾ। ਜੀ ਵਿਰਸਾ ਜੀ, ਮੇਰਾ ਇੱਕ ਲਾਸਟ ਸਵਾਲ ਆ ਤੁਹਾਨੂੰ। ਤੁਸੀਂ ਸਿੱਖ ਫੈਡਰੇਸ਼ਨ ਦੇ ਵਿੱਚ ਜਦੋਂ ਭੂਮਿਕਾ ਨਿਭਾ ਰਹੇ ਸੀ, ਉਸ ਸਮੇਂ ਅਕਾਲੀ ਦਲ ਦਾ ਵਿਰੋਧ ਕਰਦੀ ਸੀ ਫੈਡਰੇਸ਼ਨ? ਨਹੀਂ, ਦੇਖੋ ਸਭ ਤੋਂ ਪਹਿਲੀ ਤੇ ਗੱਲ ਹੈ ਕਿ ਜਿਹੜੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਹੈ, ਇਹ ਅਕਾਲੀ ਦਲ ਦਾ ਹੀ ਸਟੂਡੈਂਟ ਵਿੰਗ ਹੈ। ਔਰ 1984 ਤੱਕ ਵੀ ਜਦੋਂ ਮੋਰਚਾ ਲੱਗਾ, ਉਸ ਸਮੇਂ ਤੱਕ ਵੀ ਅਕਾਲੀ ਦਲ ਦੀਆਂ ਮੀਟਿੰਗਾਂ ਦੇ ਵਿੱਚ ਬਕਾਇਦਾ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਇੱਕ ਨੁਮਾਇੰਦਾ ਐਗਜ਼ੈਕਟਿਵ ਮੈਂਬਰ ਦੇ ਤੌਰ ਤੇ ਹੁੰਦਾ ਸੀਗਾ, ਜਿਹੜੇ ਜਾ ਕੇ ਮੀਟਿੰਗ ਸ਼ਾਮਲ ਹੁੰਦੇ ਸੀਗੇ। ਪਰ ਬਾਅਦ ਦੇ ਵਿੱਚ ਹਾਲਾਤ ਕੁਛ ਇਸ ਤਰ੍ਹਾਂ ਦੇ ਬਣ ਗਏ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਤੇ ਹਰਚੰਦ ਸਿੰਘ ਲੌਂਗੋਵਾਲ ਦੇ ਵਿੱਚ ਮਤਭੇਦ ਪੈਦਾ ਹੋ ਗਏ। ਤੇ ਕਿਉਂਕਿ ਜਿਹੜੀ ਆਲ ਇੰਡੀਆ ਸਿੱਖ ਫੈਡਰੇਸ਼ਨ ਹੈ, ਇਹ ਦਮਦਮੀ ਟਕਸਾਲ ਦੇ ਨਾਲ ਖੜੋਤੀ ਸੀ, ਔਰ ਭਾਈ ਅਮਰੀਕ ਸਿੰਘ ਜੀ ਜਿਹੜੇ ਸ਼ਹੀਦ ਹੋ ਗਏ ਨੇ, ਉਹ ਆਲ ਇੰਡੀਆ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਸਨ, ਔਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦੇ ਖਾਸਮ ਖਾਸ ਤੇ ਇੱਕ ਤਰ੍ਹਾਂ ਸੱਜੀ ਬਾਂਹ ਸਨ। ਇਸ ਕਰਕੇ ਜਿਹੜੀ ਫੈਡਰੇਸ਼ਨ ਹੈ, ਫਿਰ ਇਹਦਾ ਜਿਹੜਾ ਝੁਕਾਅ ਆ ਜਾਂ ਇਹਦਾ ਸੰਬੰਧ ਆ, ਉਹ ਅਕਾਲੀ ਦਲ ਦੇ ਨਾਲੋਂ ਦੂਰ ਹੋ ਕੇ ਦਮਦਮੀ ਟਕਸਾਲ ਦੇ ਨਾਲ ਹੋ। ਟੀਵੀ ਦੇ ਨਾਲ ਜੁੜਨ ਲਈ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਤੁਸੀਂ ਸਾਕਾ ਨੀਲਾ ਤਾਰਾ ਸੰਬੰਧੀ ਜੋ ਸਾਨੂੰ ਅਹਿਮ ਗੱਲਾਂ ਦੱਸੀਆਂ ਨੇ, ਬਹੁਤ ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਰਸਾ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਇਹ ਸਨ ਵਿਰਸਾ ਸਿੰਘ ਬਲਟੋਹਾ, ਜੋ ਸਾਕਾ ਨੀਲਾ ਤਾਰਾ ਵਾਪਰਿਆ, ਜਿਸ ਨੂੰ ਆਪਰੇਸ਼ਨ ਬਲੂ ਸਟਾਰ ਵੀ ਕਿਹਾ ਜਾਂਦਾ ਹੈ। ਉਸ ਸਮੇਂ ਇਹ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂ ਸੀ। ਇਹਨਾਂ ਨੇ ਟੈਂਕੀ ਦਾ ਮੋਰਚਾ ਵੀ ਲਾਇਆ। ਇਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਇਹਨਾਂ ਨੇ ਜੇਲ੍ਹ ਕੱਟੀ, ਕਿਸ ਤਰ੍ਹਾਂ ਤਸੀਹੇ ਦਿੱਤੇ ਜਾਂਦੇ ਸੀ ਜੇਲ੍ਹ ਦੇ ਵਿੱਚ, ਕਿਸ ਤਰ੍ਹਾਂ ਭਾਰਤੀ ਫੌਜ ਵੱਲੋਂ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਗਿਆ। ਇਹ ਜਾਣਕਾਰੀ ਇਹਨਾਂ ਨੇ ਗਲੋਬਲ ਪੰਜਾਬ ਟੀਵੀ ਦੇ ਨਾਲ ਸਾਂਝੀ ਕੀਤੀ ਹੈ। ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ।